ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਦਿੱਲੀ ਦੇ ਬਾਰਡਰ ਤੋਂ ਲੈ ਕੇ ਪੰਜਾਬ ਦੇ ਹਰ ਪਿੰਡ ਸ਼ਹਿਰ ਗਲੀ ਗਲੀ ਤੇ ਜੀਟੀ ਰੋਡ ਤੇ ਜਾਂਦੀਆਂ ਟਰਾਲੀਆਂ ਉੱਤੇ ਚਾਰੋਂ ਪਾਸੇ ਕਿਸਾਨ ਅੰਦੋਲਨ ਦੀ ਹੀ ਗੱਲ ਹੋ ਰਹੀ ਹੈ। ਸਿਆਸਤ ਬਾਰੇ ਕੋਈ ਵੀ ਚਰਚਾ ਛੇੜੋ, ਗੱਲ ਕਿਸਾਨ ਅੰਦੋਲਨ ਵੱਲ ਮੁੜ ਜਾਂਦੀ ਹੈ। ਇਹ ਸੱਚ ਹੈ, ਪਰ ਇੱਕ ਹੋਰ ਵੀ ਅਟਲ ਸੱਚਾਈ ਹੈ, ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਕਿਸਾਨ ਅੰਦੋਲਨ ਦਾ ਪਤਾ ਨਹੀਂ ਕੀ ਹੋਵੇ, ਪਰ ਸਾਲ ਅਗਲਾ ਜ਼ਰੂਰ ਚੜ੍ਹਨਾ। ਫਰਵਰੀ ਆਉਣੀ ਹੈ ਤੇ ਪੰਜਾਬ ਵਿੱਚ ਇਲੈਕਸ਼ਨ ਹੋਣੀ ਹੈ, ਤੇ ਜੇ ਫਰਵਰੀ ਵਿੱਚ ਚੋਣਾਂ ਹੋਣੀਆਂ ਹਨ ਤਾਂ ਸਮਝੋ ਛੇਤੀ ਹੀ ਚੋਣ ਬੁਖਾਰ ਵੀ ਚੜ੍ਹ ਜਾਣਾ ਪੰਜਾਬ ਨੂੰ। ਅੰਦੋਲਨ ਦੇ ਉੱਤੇ ਆ ਕੇ ਇਲੈਕਸ਼ਨ ਡਿੱਗਣੀ ਹੈ ਤੇ ਇਲੈਕਸ਼ਨ ਦੇ ਉੱਤੇ ਆ ਕੇ ਅੰਦੋਲਨ ਡਿੱਗਣਾ। ਪਤਾ ਨਹੀਂ ਕਿਹਨੇ ਅੰਦੋਲਨ ਦਾ ਫਾਇਦਾ ਲੈ ਜਾਣਾ ਤੇ ਕਿਹਨੇ ਅੰਦੋਲਨ ਥੱਲੇ ਮਿਧਿਆ ਜਾਣਾ। ਕਿਸਾਨ ਅੰਦੋਲਨ ਤੋਂ ਬਿਨਾਂ ਵੀ ਮਸਲੇ ਹੋਰ ਬੜੇ ਨੇ ਸਾਹਮਣੇ। ਜਿਨ੍ਹਾਂ ਨੂੰ ਘਰ ਘਰ ਨੌਕਰੀ ਦਾ ਸਵਾਦ ਆ ਗਿਆ ਹੈ ਜਾਂ ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਵੇਖ ਲਈ ਹੈ, ਉਹਨਾਂ ਵੀ ਤਾਂ ਵੋਟਾਂ ਪਾਉਣੀਆਂ ਨੇ। ਵਪਾਰੀ ਮੁਲਾਜ਼ਮ ਸਭ ਨੇ ਦੂਰਬੀਨ ਲਾ ਕੇ ਵੇਖਣਾ। ਆਫਟਰ ਆਲ ਇੱਕ ਧਿਰ ਪੰਜਾਬ ਮੰਗਦਾ ਜਵਾਬ ਦਾ ਨਾਰਾ ਲੈ ਕੇ ਨਿਕਲੀ ਹੈ ਤੇ ਦੂਜੀ ਨੇ ਉਹ ਪ੍ਰਸ਼ਾਂਤ ਕਿਸ਼ੋਰ ਦਾ ਨਵਾਂ ਨਰੋਆ ਪੰਜਾਬ ਬਣਾਉਣਾ। ਸਵਾਲ ਸਾਦੇ ਨੇ। ਪੰਜਾਬ ਦੀ ਸਿਆਸਤ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਕੀ ਮੋੜ ਲਵੇਗੀ? ਅਕਾਲੀ ਕਾਂਗਰਸੀ ਟੱਕਰ ਕਿਹੋ ਜੀ ਰਹੇਗੀ? ਅਮਰਿੰਦਰ ਸਿੰਘ ਦੁਬਾਰਾ ਟਰਾਈ ਕਰਨਗੇ ਆਫ ਕੋਰਸ ਇਸ ਵਾਰੀ ਗੁਟਕਾ ਸਾਹਿਬ ਤੋਂ ਬਿਨਾਂ, ਕਿ ਕਾਂਗਰਸ ਦਾ ਜਰਨੈਲ ਹੀ ਬਦਲ ਜਾਵੇਗਾ? ਆਪ ਵਾਲੇ ਆਪ ਵੀ ਚੋਰ ਆਪ ਵੀ ਝੂਠੇ ਕਹਿ ਕੇ ਆਪ ਪਵਿੱਤਰ ਬਣ ਕੇ ਦਾ ਲਾਉਣਗੇ ਕਿ ਦਿੱਲੀ ਦੇ ਬਾਰਡਰਾਂ ਤੋਂ ਟਰਾਲੀਆਂ ਤੇ ਚੜ੍ਹ ਕੇ ਕੋਈ ਕਿਸਾਨ ਅੰਦੋਲਨ ਪਾਰਟੀ ਇਲੈਕਸ਼ਨ ਵਿੱਚ ਆ ਕੁੱਦੇਗੀ? ਇਹਨਾਂ ਸਾਰੇ ਟਫ ਸਵਾਲਾਂ ਦੇ ਜਵਾਬਾਂ ਲਈ ਅੱਜ ਸਾਡੇ ਕੋਲ ਬੜੇ ਪ੍ਰਬੁੱਧ ਮਾਹਿਰ ਨੇ। ਬਲਜੀਤ ਬੱਲੀ ਜੀ, ਸਰਬਜੀਤ ਧਾਲੀਵਾਲ ਜੀ, ਸਰਬਜੀਤ ਪੰਧੇਰ ਜੀ ਤੇ ਇੰਦਰਪ੍ਰੀਤ ਜੀ, ਚਾਰੋਂ ਸੀਨੀਅਰ ਸਹਾਫੀ ਨੇ ਤੇ ਇੰਜ ਕਹਿ ਲਵੋ ਵੀ ਸਿਆਸਤ ਦੇ ਉੱਤੇ, ਪੰਜਾਬ ਦੀ ਸਿਆਸਤ ਤੇ PhD ਦੇ ਧਾਰਕ ਨੇ ਬਕਾਇਦਾ। ਬਲਜੀਤ ਬੱਲੀ ਜੀ ਦੇ 40 ਸਾਲ, ਬਲਜੀਤ ਬੱਲੀ ਜੀ ਤੁਹਾਨੂੰ ਹੋ ਗਏ ਸਹਾਫਤ ਦੇ ਵਿੱਚ, ਤੇ 40 ਸਰਬਜੀਤ ਧਾਲੀਵਾਲ ਜੀ ਦੇ, 30 ਪੰਧੇਰ ਸਾਹਿਬ ਦੇ ਲਾ ਲਏ, 40 80 ਤੇ 30 110 ਤੇ ਇੰਦਰਪ੍ਰੀਤ ਜੀ 20 ਤੁਹਾਡੇ। ਹਾਂ ਨਹੀਂ 20 ਤੋਂ ਉੱਤੇ ਹੀ ਹੋ ਗਿਆ ਜੀ। 20 ਤੋਂ ਉੱਤੇ ਹੀ ਹੋ ਗਿਆ। ਲੋ ਜੀ, ਸਵਾ ਸੈਂਚਰੀ ਤਾਂ ਸਾਡੇ ਕੋਲ ਹੈ, ਸਵਾ ਸਦੀ ਦਾ ਐਕਸਪੀਰੀਅੰਸ ਹੈ। ਜੇ ਘਟ ਜੇ ਤੇ ਜੁਮਾ 4 ਦਿਨ ਵਿੱਚ ਮੇਰੇ ਵੀ ਵਿੱਚ ਪਾ ਲਵੋ। ਤੇ ਬੱਲੀ ਸਾਹਿਬ, ਹੁਣ ਫਿਰ ਸਾਰੇ ਸਵਾਲਾਂ ਦਾ ਇਕੱਠਾ ਜਵਾਬ ਦੇ ਦਿਓ। ਇੱਕ ਤਾਂ ਇਹ ਦੱਸੋ ਵੀ ਇਲੈਕਸ਼ਨ ਦੇ ਵਿੱਚ ਜਿਹੜੇ ਆਊਟ ਆਫ ਸਿਲੇਬਸ ਸਵਾਲ ਨੇ ਛੋਟੇ ਛੋਟੇ, ਜਿਹਨਾਂ ਬਾਰੇ ਮੈਂ ਜ਼ਿਕਰ ਹੀ ਨਹੀਂ ਕਰ ਰਿਹਾ, ਮਾਮਲਾ ਇੰਨਾ ਫਲੂਇਡ ਹੈ ਜੇ ਇਹੀ ਨਹੀਂ ਪਤਾ ਵੀ ਨਵਜੋਤ ਸਿੱਧੂ ਨੇ ਕਿਹੜੀ ਪਾਰਟੀ ਤੇ ਉਹ ਟਿਕਟ ਦੇ ਉੱਤੇ ਇਲੈਕਸ਼ਨ ਲੜਨੀ ਹੈ, ਪ੍ਰਗਟ ਸਿੰਘ ਇਲੈਕਸ਼ਨ ਤਾਂ ਲੜਨਗੇ ਪਰ ਪਤਾ ਨਹੀਂ ਕਿਹੜੀ ਟਿਕਟ ਤੇ ਲੜਨਗੇ, ਪਤਾ ਨਹੀਂ ਕਿਹੜੀ ਪਾਰਟੀ ਦੂਜੀ ਪਾਰਟੀ ਵਿੱਚ ਵੜ ਜਾਵੇ ਤੇ ਇੱਕ ਪਾਰਟੀ ਬਣ ਜਾਵੇ। ਤਮਾਮ ਤਰ੍ਹਾਂ ਦੀਆਂ ਕਿਆਸ ਰਾਈਆਂ ਹੋ ਰਹੀਆਂ ਨੇ। ਬਟ ਇਵੈਂਚੁਅਲੀ ਇਹ ਕਿਸ ਕਿਸਮ ਦਾ ਇਸ ਵਾਰੀ ਚੋਣ ਹੋਵੇਗਾ? ਜਿਸ ਤਰ੍ਹਾਂ ਰਵਾਇਤੀ ਹੁੰਦਾ ਉਸੇ ਤਰੀਕੇ ਨਾਲ ਹੋਏਗਾ? ਜੇ ਸਿਆਸਤ ਰਵਾਇਤੀ ਨਹੀਂ ਰਹੀ, ਹਾਈਲੀ ਪੋਲੀਟੀਸਾਈਜ਼ਡ ਪੰਜਾਬ ਹੈ ਇਸ ਵੇਲੇ, ਤਾਂ ਇਹਦੇ ਵਿੱਚ ਉਹ ਘੋਲ ਕਿਸ ਤਰੀਕੇ ਨਾਲ ਸ਼ੇਪ ਅਪ ਹੋਵੇਗਾ? ਤੇ ਤੁਸੀਂ ਇਹ ਪਾਰਟੀਆਂ ਦੀਆਂ ਇਕੁਏਸ਼ਨਸ ਕਿਵੇਂ ਬਣਦੀਆਂ, ਬਦਲਦੀਆਂ ਜਾਂ ਬਿਖਰਦੀਆਂ ਦੇਖ ਰਹੇ ਹੋ? ਦੇਖੋ, ਇਸ ਤਰ੍ਹਾਂ ਵੀ ਜੇ ਓਵਰਆਲ ਇਸ ਵੇਲੇ ਅੱਜ ਦੀ ਜੋ ਹਾਲਤ ਹੈ, ਤੇ ਉਹ ਮੈਂ ਕਹਿਣਾ ਨਾ, ਜਦੋਂ ਕੋਈ ਮੈਨੂੰ ਪੁੱਛਦਾ ਨਾ ਵੀ ਕੀ ਬਣੇਗਾ, ਮੈਂ ਕਿਹਾ ਇੱਕ ਝੋਲਾ ਹੀ ਹੈ। ਵੀ ਹਜੇ ਤੱਕ ਝੋਲਾ ਹੀ ਹੈ, ਰੋਲਾ ਝੋਲਾ, ਵੀ ਕੋਈ ਮਤਲਬ ਸਪਸ਼ਟ ਹਾਲਤ ਕੋਈ ਨਹੀਂ ਹੈਗੀ ਵੀ ਕਿੱਧਰ ਨੂੰ ਜਾਏਗੀ, ਕੀ ਬਣੇਗਾ। ਦੂਜਾ, ਪੰਜਾਬ ਦੀ ਇੱਕ ਖਾਸੀਅਤ ਹੈ, ਸਾਲਾਂ ਤੋਂ ਮੁੱਦੇ ਉੱਠਦੇ ਨੇ, ਉਹਨਾਂ ਤੇ ਬੜਾ ਕੁਝ ਹੁੰਦਾ ਤੇ ਕਲੋਜ਼ਰ ਕਿਸੇ ਦਾ ਨਹੀਂ ਹੁੰਦਾ, ਤੇ ਖਲਾਰਾ ਪੈ ਕੇ ਮੁੜ ਕੇ ਨਵਾਂ ਮੁੱਦਾ ਖੜਾ ਹੁੰਦਾ। ਤੇ ਇਲੈਕਸ਼ਨਾਂ ਵੇਲੇ ਉਹ ਮੁੱਦੇ ਹੁੰਦੇ ਹੀ ਨਹੀਂ, ਉਦੋਂ ਹੁੰਦੇ ਹੀ ਨਹੀਂ, ਤੇ ਹਰ 3 ਮਹੀਨੇ ਬਾਅਦ ਮੁੱਦਾ ਬਦਲਦਾ। ਐਤਕੀ 6 ਮਹੀਨੇ ਚੱਲ ਗਿਆ ਲੱਗਦਾ ਕਿਸਾਨ ਅੰਦੋਲਨ। ਆਮ ਤੌਰ ਤੇ 3 ਮਹੀਨੇ ਬਾਅਦ ਮੁੱਦੇ ਪੰਜਾਬ 'ਚ ਬਦਲ ਜਾਂਦੇ ਨੇ। ਬਟ ਦਿਸ ਵਨ ਇਜ਼ ਡਿਫਰੈਂਟ। ਇਸ ਵਾਰੀ ਥੋੜਾ ਜਿਹਾ ਇਸ ਵਾਰੀ ਇਹ ਵੱਖਰਾ ਹੈ। ਉਹਦਾ ਉਸ ਜਿਹੜਾ ਕਿਸਾਨੀ ਘੋਲ ਹੈ, ਲਾਜ਼ਮੀ ਤੌਰ ਤੇ ਉਹਦਾ ਅਸਰ ਇਸ ਇਲੈਕਸ਼ਨ ਤੇ ਪਏਗਾ। ਡਿਸਾਈਡਿੰਗ ਫੈਕਟਰ ਵੀ ਹੋਏਗਾ? ਡਿਸਾਈਡਿੰਗ ਫੈਕਟਰ ਤਾਂ ਨਹੀਂ, ਮੈਂ ਅਜੇ ਕਹਿਣਾ ਮੁਸ਼ਕਲ ਹੈ। ਓਕੇ, ਪਰ ਉਹਦਾ ਕਿਸੇ ਨਾ ਕਿਸੇ ਰੂਪ, ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੀ ਪੋਲੀਟੀਸਾਈਜੇਸ਼ਨ ਹੋ ਗਈ, ਜਿਹੜੀ ਉਹ ਬੱਚੇ ਦੀ, ਉਹਦੇ ਚ ਇੱਕ ਗੱਲ ਜਿਹੜੀ ਹੈ ਅੱਜ ਇਸ ਵੇਲੇ ਤੱਕ ਮੈਨੂੰ ਲੱਗਦਾ ਕਿ ਇਹ ਕੰਟੀਨਿਊ ਕਰੇਗੀ, ਜਿਹੜੀ ਉਸ ਘੋਲ ਦੇ ਨਾਲ ਜੁੜ ਕੇ, ਕਿਉਂਕਿ ਉਹਦੇ ਚ ਇਨਵੋਲਵਮੈਂਟ ਲੋਕ ਲਹਿਰ ਬਣ ਗਈ। ਇੱਕ ਐਂਟੀ ਇਨਕੰਬੈਂਸੀ ਜਿਹੜੀ ਹੁੰਦੀ ਹੈ ਨਾ, ਉਹ ਸਟੇਟ ਤੋਂ ਸ਼ਿਫਟ ਹੋ ਕੇ ਸੈਂਟਰ ਤੇ ਚਲੀ ਗਈ। ਓਕੇ, ਜਿਹਦਾ ਰਿਫਲੈਕਸ਼ਨ ਪਿਛਲੀਆਂ ਜਿਹੜੀਆਂ ਕੌਂਸਲ ਚੋਣਾਂ, ਇਨਕੰਬੈਂਸੀ ਨੂੰ ਪੰਜਾਬੀ ਚ ਕੀ ਕਹਿੰਦੇ? ਨਲਾਇਕੀ।
ਸਰਕਾਰੀ ਨਲਾਇਕੀ ਦੀ ਟ੍ਰਾਂਸਫਰ ਹੋ ਗਈ ਹੈ ਤੁਹਾਡਾ ਕਹਿਣਾ ਪੰਜਾਬ ਪੰਜਾਬ ਤੋਂ ਦਾ ਸੈਂਟਰ ਜਿਹੜਾ ਵਿਰੋਧ ਹੁੰਦਾ ਸਰਕਾਰ ਦੇ ਖਿਲਾਫ ਐਂਟੀ ਸਰਕਾਰ ਨਲਾਇਕ ਨਿਕਲੀ ਹੈ, ਜਿਹੜਾ ਗੁੱਸਾ ਹੈ ਉਹ ਸੈਂਟਰ ਦੇ ਖਿਲਾਫ ਹੋਏਗਾ। ਉਹ ਜਿਹੜਾ ਉਹ ਅਜੇ ਤੱਕ ਵੀ ਉਹ ਉਧਰ ਨੂੰ ਹੀ ਜਾ ਰਿਹਾ, ਉਹਦੀ ਡਾਇਰੈਕਸ਼ਨ। ਸੋ ਇਹ ਬਹੁਤ ਵੱਡਾ ਫੈਕਟਰ ਹੈ ਜਿਹਨੇ ਜੇ ਇਹ ਕੰਟੀਨਿਊ ਕਰਦਾ ਇਸੇ ਤਰ੍ਹਾਂ ਹੀ ਤਾਂ ਉਹਨੇ ਫਿਰ ਪੋਲੀਟੀਕਲ ਜਿਹੜੀਆਂ ਕੰਬੀਨੇਸ਼ਨਸ ਹੈਗੀਆਂ ਜੋ ਜੋੜ ਤੋੜ ਤੇ ਪ੍ਰਭਾਵ ਪਾਏਗਾ, ਉਹਦੇ ਤੇ ਪ੍ਰਭਾਵ ਪਾਏਗਾ। ਇੱਕ ਤਾਂ ਇਹ ਹੈਗਾ ਜੀ। ਦੂਜਾ ਜਿਹੜਾ ਕਿਸਾਨੀ ਦਾ ਜਿਹੜਾ ਮੈਂ ਜੋ ਤੁਸੀਂ ਗੱਲ ਕੀਤੀ ਕਿਸਾਨੀ ਦੇ ਜੋ ਨਿਕਲਦਾ ਕੀ ਹੈ, ਕੌਣ ਉਹਦੇ ਚੋਂ ਉਹ ਕੌਣ ਖੱਟੇਗਾ, ਪਾਸ ਹੁੰਦੇ ਨੇ ਫੇਲ ਹੁੰਦੇ ਨੇ, ਉਹਦਾ ਵੀ ਅਸਰ ਪਏਗਾ। ਪਰ ਇੱਕ ਗੱਲ ਉਹ ਮੋਟਾ ਜਿਹਾ ਇੱਕ ਗੱਲ ਕਲੀਅਰ ਹੈਗੀ ਮਲਸਵੀ ਵੀ ਧਿਰਾਂ ਜਿਹੜੀਆਂ ਉਹ ਮੁੱਖ ਧਿਰਾਂ 4 ਹੋਣਗੀਆਂ, ਅਕਾਲੀ, ਕਾਂਗਰਸੀ, ਭਾਜਪਾ ਤੇ ਆਪਣਾ ਆਪ 4 ਧਿਰਾਂ ਹੋਣਗੀਆਂ। ਜਿਹੜੇ ਦੂਜੇ ਜਿਹੜੀ ਪਹਿਲਾਂ ਉਮੀਦ ਕੋਈ ਧਿਰ ਬਾਰਡਰ ਤੋਂ ਤਾਂ ਨਹੀਂ ਆ ਜਾਏਗੀ ਨਾ, ਕੋਈ ਧਿਰ ਆਉਂਦੀ ਨਹੀਂ। ਤੇ ਜਿਹੜੀ ਪਹਿਲਾਂ ਉਮੀਦ ਸੀ ਵੀ ਉਹ ਸਪਲਿੰਟਰ ਗਰੁੱਪ ਜਿਹੜੇ ਉਹ ਕੁਝ ਕਾਊਂਟ ਕਰਨਗੇ ਕਿਸਾਨੀ ਮੂਵਮੈਂਟ ਤੋਂ ਪਹਿਲਾਂ ਉਹਨਾਂ ਦਾ ਲੱਗਦਾ ਸੀਗਾ, ਉਹ ਲੱਗਦਾ ਵੀ ਹੁਣ ਸਪੋਇਲਰ ਵੀ ਸ਼ਾਇਦ ਨਾ ਰਹੇ, ਪਹਿਲਾਂ ਇਹਦੇ ਸਪੋਇਲਰ ਤਾਂ ਬਣਨਗੇ। ਸਰਬਜੀਤ ਜੀ ਇਹ ਦੱਸੋ ਵੀ ਇਹ ਗੱਲ ਬੱਲੀ ਸਾਹਿਬ ਨੇ ਪੁਆਇੰਟ ਆਊਟ ਕੀਤੀ ਹੈ, ਕਿਸੇ ਵੇਲੇ ਇਲੈਕਸ਼ਨੀਅਰਿੰਗ ਜਿਹੜੀ ਹੁੰਦੀ ਹੈ, ਜਿਵੇਂ ਅਸੀਂ ਚੋਣਾਂ ਵੱਲ ਨੂੰ ਜਾਂਦੇ ਆ, ਰਾਜਨੀਤੀਕਰਨ ਹੁੰਦਾ। ਹੁਣ ਰਾਜਨੀਤੀਕਰਨ ਪਹਿਲਾਂ ਤੋਂ ਕਿਤੇ ਵਧੇਰੇ ਬਹੁਤ ਡੀਪਰ ਲੈਵਲ ਤੱਕ ਹੋ ਚੁੱਕਾ ਹੋਇਆ। ਲੋਕ ਸਿਆਸਤ ਬਾਰੇ ਵੀ ਜ਼ਿਆਦਾ ਸੁਚੇਤ ਹੋ ਗਏ ਨੇ, ਸਿਆਸਤ ਦੀ ਮਹੱਤਤਾ ਨੂੰ ਜ਼ਿਆਦਾ ਸਮਝਦੇ ਨੇ ਤੇ ਸਿਆਸਤਦਾਨ ਨੂੰ ਹੁਣ ਉਹ ਜ਼ਿਆਦਾ ਬਰੀਕ ਫਿਲਟਰ ਦੇ ਨਾਲ ਪੁਣਛਾਣ ਉਹਦੀ ਕਰਦੇ ਨੇ। ਇੱਕ ਸੋਸ਼ਲ ਮੀਡੀਆ ਦਾ ਆਪਣਾ ਅਸਰ ਹੈ, ਹਰ ਵਿਅਕਤੀ ਜੁੜਿਆ ਸਮਝਦਾ, ਉਹਦੀ ਇੱਕ ਆਵਾਜ਼ ਹੈ। ਇਹ ਸਾਰੇ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਸਵਾਲ ਹੁੰਦੇ ਸੀ ਕਿ ਕਾਂਗਰਸ ਦਾ ਕੀ ਪ੍ਰੋਸਪੈਕਟ ਹੋਏਗਾ ਜੀ, ਅਕਾਲੀ ਦਲ ਦਾ ਕੀ ਪ੍ਰੋਸਪੈਕਟ ਹੋਏਗਾ ਜੀ, ਆਮ ਆਦਮੀ ਪਾਰਟੀ ਦਾ ਕੀ ਪ੍ਰੋਸਪੈਕਟ ਹੋਏਗਾ, ਉਹ ਸਵਾਲ ਥੋੜੇ ਹੋਰ ਕੰਪਲੈਕਸ ਹੋ ਗਏ ਨੇ। ਜਿਹੜੇ ਕਿਸਾਨ ਅੰਦੋਲਨ ਦੇ ਨਾਲ ਇਕੱਲੇ ਕਿਸਾਨ ਨਹੀਂ ਜੁੜੇ, ਬਹੁਤ ਵੱਡਾ ਡੈਮੋਗ੍ਰਾਫਿਕ ਜੁੜ ਗਿਆ। ਕੀ ਉਹ ਆਪਣੇ ਆਪ ਨੂੰ ਇੱਕ ਪ੍ਰੋਟੈਸਟਰ ਦੇ ਰੂਪ ਵਿੱਚ ਦੇਖੇਗਾ ਕਿ ਉਹਨਾਂ ਦੀਆਂ ਆਪਣੀਆਂ ਵੀ ਪਹਿਚਾਨਾਂ ਨੇ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੋਈ ਸ਼ਹਿਰੀ ਹਿੰਦੂ ਹੈ, ਉਸੇ ਤਰੀਕੇ ਨਾਲ ਉਹ ਪਹਿਚਾਨਾਂ ਵੀ ਰਹਿਣਗੀਆਂ? ਹਾਊ ਵਿਲ ਇਟ ਆਲ ਪਲੇ ਆਊਟ? ਦੇਖੋ, ਸਭ ਤੋਂ ਇੱਕ ਤਾਂ ਨਵਾਂ ਪਹਿਲੂ ਇਹ ਹੈ ਪੰਜਾਬ ਦੀ ਸਿਆਸਤ ਦਾ ਕਿ ਇਸ ਜਿਹੜੀ ਅਗਲੀ ਚੋਣ ਹੋਏਗੀ ਉਹਦੇ 'ਚ ਔਰਤਾਂ ਦੀ ਇਨਵੋਲਵਮੈਂਟ ਬਹੁਤ ਵੱਡੇ ਪੱਧਰ ਤੇ ਹੋਏਗੀ। ਬਿਲਕੁਲ, ਕਿਉਂਕਿ ਕਿਸਾਨ ਅੰਦੋਲਨ ਨੇ ਔਰਤਾਂ ਨੂੰ ਬਹੁਤ ਜ਼ਿਆਦਾ ਜਾਗਰਤ ਕੀਤਾ ਤੇ ਉਹਨਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਬਹੁਤ ਵਧੀਆ ਤੇ ਜੋ ਨਜ਼ਰ ਆਉਂਦੇ ਸਾਹਮਣੇ। ਕੱਲੀ ਔਰਤਾਂ ਦੀ ਨਹੀਂ, ਔਰਤਾਂ ਦੇ ਨਾਲ ਜਿਹੜੇ ਔਰਤਾਂ ਦੇ ਬੱਚੇ ਅਡਲਟਸ ਨੇ ਜਾਂ ਲੜਕੀਆਂ ਨੇ ਜਾਂ ਹੋਰ, ਉਹਨਾਂ 'ਚ ਵੀ ਬਹੁਤ ਜ਼ਿਆਦਾ ਚੇਤਨਤਾ ਆਈ ਹੈ। ਇੱਕ ਤਾਂ ਇਹ ਗੱਲ ਮੈਂ ਨਜ਼ਰ ਜੀ। ਦੂਜੀ, ਕਿਸਾਨ ਅੰਦੋਲਨ ਵਿੱਚ ਥੋੜੀ ਪੋਲੀਟੀਕਲ ਧਿਰ ਬਣਨੀ ਸ਼ੁਰੂ ਹੋ ਗਈ ਹੈ। ਲੱਖਾ ਸਿਧਾਣਾ ਦਾ ਉੱਥੇ ਜਾਣਾ ਜਾਂ ਅੱਜ ਜਾਣਾ ਜਾਂ ਕੱਲ ਗਏ ਨੇ ਉਹ ਨਾ, ਲੱਖਾ ਸਿਧਾਣੇ ਦੇ ਪੋਲੀਟੀਕਲ ਐਂਬੀਸ਼ਨਸ ਪੱਕੇ ਹੈਗੇ ਨੇ। ਉਹ ਕਿਸਾਨੀ ਨਾਲ ਜੁੜਿਆ ਤਾਂ ਹੈ, ਮਤਲਬ ਪਹਿਲਾਂ ਉਹਨੇ ਪੰਜਾਬੀ ਬਾਰੇ ਮੂਵਮੈਂਟ ਚਲਾਈ, ਤੁਸੀਂ ਦੇਖਿਆ ਹੋਣਾ, ਬੋਰਡਾਂ ਦੀ ਮੂਵਮੈਂਟ ਚਲਾਈ, ਹੋਰ ਵੀ ਕਰਦਾ ਰਿਹਾ ਉਹ ਕਾਰੋਬਾਰ, ਤੇ ਉਹਦੇ ਇੱਕ ਪੋਲੀਟੀਕਲ ਐਂਬੀਸ਼ਨ 31 ਦੇ ਵਿੱਚੋਂ ਕਈਆਂ ਦੇ ਪੋਲੀਟੀਕਲ ਐਂਬੀਸ਼ਨ ਨਹੀਂ, ਉਹਦੇ ਮਤਲਬ ਲੱਖੇ ਸਿਧਾਣੇ ਦੇ ਨਾਲ 3-4 ਬੰਦੇ ਹੋਰ ਜੁੜ ਗਏ ਨੇ। ਜਿਵੇਂ ਕੱਲ ਉਹਨਾਂ ਨੂੰ ਜਦੋਂ ਲੈ ਕੇ ਗਏ ਨੇ ਉੱਥੋਂ ਮਸਤੂਆਣੇ ਤੋਂ, ਤਾਂ ਉਹਨਾਂ ਨਾਲ ਸਰਜੀਤ ਸਿੰਘ ਫੂਲ ਵੀ ਸੀਗੇ, ਉਹਨਾਂ ਨਾਲ ਰਾਏ ਸਾਹਿਬ ਵੀ ਸੀਗੇ, ਉਹਨਾਂ ਨਾਲ 3-4 ਬੰਦੇ ਸੀਗੇ। ਉੱਥੇ ਬਲਦੇਵ ਸਿੰਘ ਸਰਸਾ ਨੇ ਉਹਨਾਂ ਦਾ ਸਵਾਗਤ ਵੀ ਕੀਤਾ, ਜੋ ਵੀ ਹੋਇਆ। ਤਾਂ ਉੱਥੋਂ ਲੱਗਦਾ ਕਿ ਇੱਕ ਲੱਖੇ ਸਿਧਾਣੇ ਵਾਲੀ ਧਿਰ ਜਿਹੜੀ ਹੈਗੀ ਉਹ ਤਾਂ ਮਰਜ ਹੋਣੀ ਸ਼ੁਰੂ ਹੋ ਗਿਆ। ਉਹਦੇ ਨਾਲ ਫਿਰ ਗਾਹਾਂ ਹੌਲੀ ਕੌਣ ਬੰਦੇ ਰਲਦੇ ਨੇ, ਉਹ ਵੀ ਗੱਲ ਇੱਕ। ਦੂਜੇ, ਕਿਸਾਨੀ ਤੇ ਜਿਹੜੇ ਆਊਟਸਾਈਡ ਗਰੁੱਪ ਹੈਗੇ, ਜਿਹੜੇ ਬਾਹਰੋਂ ਸਪੋਰਟ ਕਰ ਰਹੇ ਨੇ ਬੰਦੇ ਇਸ ਕਿਸਾਨ ਅੰਦੋਲਨ ਦੀ, ਫਰਜ਼ ਕਰਕੇ ਫਾਰਮਰ IAS ਅਫਸਰ ਨੇ ਜਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਹੈਗੀਆਂ ਜਿਹੜੀਆਂ ਕਿ ਬਾਹਰੋਂ ਮਤਲਬ ਫੰਡ ਭੇਜ ਰਹੀਆਂ ਨੇ, ਬਿਸਤਰੇ ਭੇਜ ਰਹੀਆਂ ਨੇ। ਕਿਸਾਨ ਫੈਕਟਰ ਸੱਚਮੁੱਚ ਇੰਨਾ ਵੱਡਾ ਫੈਕਟਰ ਹੈ। ਬੱਲੀ ਸਾਹਿਬ ਨੇ ਕਿਹਾ ਵੀ ਮੈਂ ਅਜੇ ਨਹੀਂ ਕਹਿ ਸਕਦਾ ਕਿ ਇੱਕ ਕਲਿੰਚਿੰਗ ਫੈਕਟਰ ਹੋਏਗਾ। ਉਹਨਾਂ ਦੇ ਪ੍ਰੈਸ਼ਰ ਹੈਗਾ, ਕਿਸਾਨਾਂ ਦੇ ਹੌਲੀ ਪ੍ਰੈਸ਼ਰ ਬਣਨਾ ਸ਼ੁਰੂ ਹੋ ਗਿਆ ਕਿ ਤੁਸੀਂ ਆਉਣ ਵਾਲੇ ਚੁਣਾਵ ਲੜੋ। ਉਹ ਇੱਕ ਡੈਮੋਗ੍ਰਾਫਿਕ ਹੈ। ਕਿਸਾਨ ਆਪਣੇ ਤੌਰ ਤੇ ਐਜ਼ ਅ ਵੋਟ ਬੈਂਕ ਤਾਂ ਨਹੀਂ ਹੈਗੇ, ਪਰ ਉਹ ਨਹੀਂ, ਉਹਨਾਂ 'ਚ ਨਹੀਂ ਲੜਨਗੇ। ਜੇ ਉੱਥੇ ਸਫਲਤਾ ਨਾ ਮਿਲੀ ਫਿਰ ਉਹਨਾਂ ਵਾਸਤੇ ਲੜਾਈ ਲੜਨੀ ਬਹੁਤ ਮੁਸ਼ਕਿਲ ਹੋਏਗੀ। ਸਿਆਸਤ ਜਿਹੜੀ ਪੋਲਿਟਿਕਸ 'ਚ ਸਰਬਜੀਤ ਜੀ, ਤੁਹਾਨੂੰ ਲੱਗਦਾ ਵੀ ਕਿਸਾਨ ਅੰਦੋਲਨ ਥਰੋ ਅਪ ਕਰੇਗਾ ਪੋਲੀਟੀਸ਼ੀਅਨਸ ਦਾ ਇੱਕ ਵਗ, ਉਹਨਾਂ ਦੀ ਸਫਲਤਾ ਤੇ ਸੋਚ ਬਣ ਕੇ ਆ ਜਾਏਗਾ ਇਸ ਪੋਲਿਟਿਕਸ ਦੇ ਵਿੱਚ, ਇਸ ਟਰਫ ਦੇ ਵਿੱਚ, ਤੇ ਪਹਿਲੇ ਵਾਲੀਆਂ ਸਾਡੀਆਂ ਇਕੁਏਸ਼ਨਸ ਨੂੰ ਬਿਲਕੁਲ ਤਹਿਸ-ਨਹਿਸ ਕਰ ਦੇਗਾ, ਨਵੀਆਂ ਇਕੁਏਸ਼ਨਸ ਇਮਰਜ ਕਰਨਗੀਆਂ? ਆਪਾਂ ਜੇ ਪੰਜਾਬ ਦੀ ਟੋਟਲ ਸਿਆਸਤ ਪਿਛਲੇ 3 ਦਹਾਕਿਆਂ ਦੀ ਦੇਖੀਏ, ਖਾਸ ਤੌਰ ਤੇ 1990 ਤੋਂ ਬਾਅਦ ਦੀ, ਜਦੋਂ ਪੰਜਾਬ ਦੇ ਵਿੱਚ ਆਪਾਂ ਇਹ ਕਹਿ ਦਿੰਦੇ ਹਾਂ ਸ਼ਾਂਤੀ ਬਹਾਲ ਹੋ ਗਈ, ਉਸ ਤੋਂ ਬਾਅਦ ਜਦੋਂ ਦੇਖਿਆ ਜਾਵੇ ਕਿ ਚੋਣਾਂ ਤੋਂ ਪਹਿਲਾਂ ਇੱਕ ਜਿਹੜਾ ਟੋਟਲ ਨੈਰੇਟਿਵ ਸਿਰਜਦਾ, ਉਹਦੇ ਵਿੱਚ ਅਸੀਂ ਇਹ ਗੱਲ ਕਰਦੇ ਹਾਂ ਕਿ ਪੀਪਲਜ਼ ਏਜੰਡਾ ਡਿਵੈਲਪ ਹੋ ਰਿਹਾ, ਤੇ ਉਸ 'ਚੋਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਾਰੀਆਂ ਆਪਣੇ ਮੈਨੀਫੈਸਟੋ ਲਿਖਦੀਆਂ ਨੇ, ਫਿਰ ਉਹ 'ਚੋਂ ਵਾਅਦੇ ਕਰਦੀਆਂ, ਚਾਹੇ ਗੁਟਕਾ ਸਾਹਿਬ ਵਾਲਾ ਹੋਵੇ ਚਾਹੇ ਦੂਸਰਾ ਵੀ ਹੋਵੇ। ਬਿਲਕੁਲ। ਪਰ ਜਦੋਂ ਚੋਣ ਹੋ ਜਾਂਦੀ ਹੈ, ਸਰਕਾਰ ਬਣ ਜਾਂਦੀ ਆ, ਉਹ ਸਰਕਾਰ ਜਿਹੜੀ ਹੈ ਉਸ ਤੋਂ ਬਾਅਦ ਪੀਪਲ ਏਜੰਡਾ ਦੇ ਹਿਸਾਬ ਨਾਲ ਨਹੀਂ ਚੱਲੀਆਂ ਪੰਜਾਬ ਦੀਆਂ, ਮੈਨੀਫੈਸਟੋਸ ਫॉर ਡਸਟਬਿਨ। ਬਿਲਕੁਲ, ਉਸ ਤੋਂ ਬਾਅਦ ਉਹ ਚੱਲਦੀਆਂ ਨੇ ਮਾਰਕੀਟ ਫੋਰਸਿਸ ਦੀ ਡਿਕਟੇਟ ਦੇ ਉੱਤੇ। ਐਬਸੋਲੂਟਲੀ।
ਔਰ ਉਸ ਤੋਂ ਬਾਅਦ ਸਾਡੇ ਲੋਕ ਵੀ ਉਸ ਨੂੰ ਸਬਮਿਟ ਕਰ ਜਾਂਦੇ ਆ ਤੇ ਚੁੱਪ ਕਰ ਜਾਂਦੇ। ਜਿਹੜਾ ਕਿਸਾਨੀ ਅੰਦੋਲਨ ਹੈ ਇਹਨੇ ਇੱਕ ਥੋੜਾ ਜਿਹਾ ਡਿਫਰੈਂਸ ਇਹ ਕੀਤਾ ਕਿ ਜਿਹੜੀ ਉਹ ਮਾਰਕੀਟ ਫੋਰਸਸ ਦਾ ਏਜੰਡਾ ਸੀ ਉਹਨੂੰ ਸਿੱਧੀ ਤਰ੍ਹਾਂ ਪੂਰਾ ਚੈਲੰਜ ਕੀਤਾ ਸ਼ਰੇਆਮ, ਔਰ ਗਲੀ ਗਲੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਗਲੀ ਗਲੀ ਮੁਹੱਲੇ ਮੁਹੱਲੇ ਉਸ ਦੇ ਉੱਤੇ ਉਹਨੂੰ ਆਪੋਜੀਸ਼ਨ ਹੋ ਰਹੀ ਹੈ। ਇਹ ਸ਼ਾਇਦ ਦੁਨੀਆ ਦੇ ਵਿੱਚ ਐਡਾ ਵੱਡਾ ਅੰਦੋਲਨ ਜਿਹੜਾ ਹੈ ਮਾਰਕੀਟ ਫੋਰਸਸ ਨੂੰ, ਜਿਹੜਾ ਬੇਸ਼ੱਕ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਮਾਰਕੀਟ ਫੋਰਸਸ ਦੀਆਂ ਸਿਰਫ ਉਹਨਾਂ ਦੇ ਪਿਆਦੇ ਹੀ ਨੇ, ਔਰ ਮਾਰਕੀਟ ਫੋਰਸਿਸ ਨੂੰ ਡਾਇਰੈਕਟਲੀ ਚੈਲੰਜ ਕਰਦਾ ਜੀ ਜਿਹੜਾ ਹੈਗਾ ਜੀ ਤੁਹਾਡਾ ਫਾਰਮਰ, ਜਿਹਨੂੰ ਅਸੀਂ ਗ੍ਰਾਸ ਰੂਟ ਤੋਂ ਪਹਿਲੀ ਪੌੜੀ ਮੰਨਦੇ ਆ ਵੀ ਸੁਸਾਇਟੀ ਦੀ ਸਭ ਤੋਂ ਪਹਿਲੀ ਜਿਹੜੀ ਸੁਸਾਇਟੀ ਦਾ ਉਹ ਕਿਸਾਨ ਹੈ, ਉਹਨੇ ਚੈਲੰਜ ਕੀਤਾ। ਦੈਨ ਟੇਕ ਮਾਈ ਕੁਐਸਚਨ, ਜੇ ਇਹ ਸੱਚਮੁੱਚ ਚੈਲੰਜ ਕਰ ਰਿਹਾ ਹੈ ਤੇ ਆਪਾਂ ਨੂੰ ਪਤਾ ਕਿ ਮਾਰਕੀਟ ਫੋਰਸਿਸ ਦੀ ਸ਼ਕਤੀ ਕਿੱਦਾਂ ਦੀ ਹੁੰਦੀ ਹੈ ਤੇ ਉਹ ਕਿਸ ਤਰੀਕੇ ਨਾਲ ਪਲੇ ਆਊਟ ਕਰਦੀਆਂ ਨੇ। ਜਿਸ ਵੇਲੇ ਤੱਕ ਤਾਂ ਇਲੈਕਸ਼ਨਾਂ ਨਹੀਂ ਹੈਗੀਆਂ ਉਸ ਵੇਲੇ ਤਾਂ ਸਾਰੀ ਟਰਫ ਦੇ ਵਿੱਚ ਕਿਸਾਨ ਅੰਦੋਲਨ ਹੈ, ਤੇ ਇੱਕ ਵਾਰੀ ਚੋਣਾਂ ਵਾਲਾ ਬੁਖਾਰ ਸ਼ੁਰੂ ਹੋ ਗਿਆ ਤਾਂ ਫਿਰ ਤੁਸੀਂ ਦੇਖਿਆ ਮਾੜੀ ਜੀ ਰਿਊਮਰ ਉੱਡਦੀ ਹੈ ਤੇ ਝਟਦੇ ਨੇ ਅਸੀਂ ਆਪਸ ਵਿੱਚ ਡਿਸਕਸ ਕਰਦੇ ਹਾਂ ਕਿ ਢੀਂਡਸਾ ਸਾਹਿਬ ਫਿਰ ਉਧਰ ਨੂੰ ਚਲੇ ਜਾਣਗੇ, ਫਿਰ ਆਮ ਆਦਮੀ ਪਾਰਟੀ ਤੇ ਫਲਾਣਾ ਮਿਲ ਜਾਏਗਾ, ਫਿਰ ਇਸ ਤਰ੍ਹਾਂ ਹੋ ਜਾਏਗਾ, ਫਿਰ ਚੋਣਾਂ ਇਸੇ ਦੌਰਾਨ ਹੋ ਗਿਆ ਹਟੀਆਂ ਨੇ, ਆ ਸਾਰੀ ਐਜੀਟੇਸ਼ਨ ਹੋਈ ਸੀ ਤੇ 4 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਨੇ, ਤੇ ਜਿਹੜੇ ਪੀਪਲਸ ਇਸ਼ੂਜ਼ ਨੇ ਉਹ ਕਦੋਂ ਜਾ ਕੇ ਉੱਥੇ ਇਸ਼ੂਜ਼ ਬਣੇ ਨੇ, ਨੈਰੇਟਿਵ ਹੋਰ ਹੀ ਬਣ ਗਏ ਨੇ, ਉੱਥੇ ਹਿੰਦੂਤਵਾ ਦਾ ਇੱਕ ਨੈਰੇਟਿਵ ਖੜਾ ਹੋ ਜਾਂਦਾ ਹੈ ਜਾ ਕੇ ਵੈਸਟ ਬੰਗਾਲ ਵਿੱਚ। ਉਸੇ ਤਰ੍ਹਾਂ ਜਿਹੜਾ ਹਿੰਦੂਤਵਾ ਦਾ ਜਿਹੜਾ so they might defeat it here also ਨਹੀਂ, ਇਟ ਮੇ ਨਾਟ ਬੀ ਡਿਫੀਟਡ, ਉਹ ਇਸ ਲਈ ਹੈ ਕਿਉਂਕਿ ਜਿਹੜਾ ਹਿੰਦੂਤਵਾ ਦਾ ਜਿੱਥੇ ਨੈਰੇਟਿਵ ਸਕਸੈਸਫੁਲ ਹੁੰਦਾ ਉੱਥੇ ਚੈਲੰਜ ਮਾਰਕੀਟ ਫੋਰਸਿਸ ਨੂੰ ਹਾਲੇ ਕਿਸਾਨਾਂ ਵੱਲੋਂ ਨਹੀਂ ਹੋਇਆ। ਪੰਜਾਬ ਨੇ ਪਿਛਲੀਆਂ 2 ਇਲੈਕਸ਼ਨ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਜਿਹਦੇ ਵਿੱਚ ਪੋਲਰਾਈਜੇਸ਼ਨ ਪੂਰੀ ਹਿੰਦੁਸਤਾਨ 'ਚ ਚੱਲੀ, ਉੱਥੇ ਪੰਜਾਬ ਪੋਲਰਾਈਜ਼ ਨਹੀਂ ਹੋਇਆ ਜੀ। ਔਰ ਪੰਜਾਬ ਦੇ ਵਿੱਚ ਇਹ ਜਿਹੜਾ ਕਿਸਾਨ ਅੰਦੋਲਨ ਦਾ ਜਿਹੜਾ ਅੱਜ ਸਾਨੂੰ ਰੂਪ ਨਜ਼ਰ ਆ ਰਿਹਾ ਹੈ, ਇਹ ਇੱਕ ਦਿਨ 'ਚ ਤਾਂ ਬਣਿਆ ਤਿਆਰ ਹੋਇਆ ਨਹੀਂ। ਜਿਹੜੀ ਸਾਡੀ ਖੇਤੀ ਦੇ ਵਿੱਚ ਖੜੋਤ ਆ, ਇਹਦੇ ਨਾਲ ਦੀ ਜਿਹੜੀ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਰੀਆਂ ਇਕੱਠੀਆਂ ਹੁੰਦੀਆਂ ਜਦ ਕਿ ਵਿੱਚ ਜਿਹੜੇ ਹੋਰ ਵੀ ਅਸੀਂ ਤਾਂ ਜਿਹੜਾ ਸੀਗਾ ਜੀ ਆਰਮਡ ਮੂਵਮੈਂਟ ਵੀ ਚਲਾ ਲਈ, ਫਿਰ ਜਿਹੜੀ ਹੈਗੀ ਆ ਪੀਪਲਜ਼ ਪਾਰਟੀ ਨਾਲ ਵੀ ਇੱਕ ਕਰਕੇ ਵੇਖ ਲਿਆ ਐਕਸਪੈਰੀਮੈਂਟ, ਫਿਰ ਆਮ ਜਿਹੜੀ ਮਨਪ੍ਰੀਤ ਸਿੰਘ ਬਾਦਲ ਪੀਪਲ ਪਤੰਗ ਪਾਰਟੀ ਠੀਕ ਹਾਂਜੀ ਚਲੋ ਜਿਹੜੀ ਤੇ ਫਿਰ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ। ਲੋਕੀ ਜਿਹੜਾ ਹੈਗਾ ਇੱਕ ਕੋਸ਼ਿਸ਼ ਕਰ ਰਿਹਾ ਜਿਹਨੂੰ ਅਸੀਂ ਗੱਲ ਕਰਦੇ ਜਿਹੜੀ ਸਟਰਗਲ ਆ ਪੰਜਾਬ ਦੇ ਵਿੱਚ ਕਿ ਇੱਕ ਸਿਆਸੀ ਬਦਲ ਜਾਂ ਸਿਆਸਤ ਦੇ ਵਿੱਚ ਬਦਲ, ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜੀਆਂ ਚੋਣਾਂ ਹੋਣ ਬਿਨਾਂ ਡੋਰ ਤੋਂ ਪਤੰਗ ਕੀ ਮੈਨੂੰ ਪਤਾ ਲੱਗਦਾ ਨਾ ਵੀ ਭੁੱਲ ਗਿਆ ਵੈਸੇ। ਦੇਖੋ ਪਾਰਟੀ ਪੀਪੀਪੀ ਹੈ ਨਾ, ਪੰਜਾਬ ਪੀਪਲਸ ਪਾਰਟੀ ਆਫ ਪੰਜਾਬ, ਤੇ ਉਹਦੇ ਵਿੱਚ ਜਿਹੜੀ ਆਉਣ ਵਾਲੀ ਰੈਵੋਲੂਸ਼ਨ ਤੇ ਨਾਮ ਭੁੱਲ ਗਿਆ, ਜਿਹੜੀਆਂ ਆਉਣ ਵਾਲੀਆਂ ਸਾਡੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਇਹ ਬਿਲਕੁਲ ਡਿਸਾਈਡ ਹੋਏਗਾ ਕਿ ਅਸੀਂ ਸਿਆਸੀ ਬਦਲ ਵੱਲ ਗਏ ਆ ਕਿ ਸਿਆਸਤ ਦੇ ਵਿੱਚ ਬਦਲ। ਬਿਲਕੁਲ ਟਾਈਮ ਬਿਲਕੁਲ ਨਹੀਂ ਹੈਗਾ ਤੇ ਸਵਾਲ ਬੜਾ ਕੁਇਕ ਹੈ। ਆਈ ਜਸਟ ਵਾਂਟ ਟੂ ਡਰਾ ਯੂ ਇਨ ਇਸ ਸੈਗਮੈਂਟ ਦੇ ਵਿੱਚ ਕਿ ਇੱਕ ਤੇ ਪਹਿਲੇ ਇਹ ਦੱਸੋ ਵੀ ਅਮਰਿੰਦਰ ਸਿੰਘ ਹੀ ਕਾਂਗਰਸ ਦਾ ਚਿਹਰਾ ਹੋਣਗੇ, ਅਕਾਲੀ ਦਲ ਦਾ ਚਿਹਰਾ ਤੇ ਕਾਫੀ ਕਲੀਅਰ ਹੈ ਲੋਕਾਂ ਨੂੰ ਕਿ ਜਿਹੜਾ ਮਰਜ਼ੀ ਆ ਜਾਵੇ ਤੇ ਚਿਹਰਾ ਜਿਹੜਾ ਹੋਵੇਗਾ ਉਹ ਪਤਾ ਹੀ ਹੈ ਲੋਕਾਂ ਨੂੰ, ਤੇ ਆਮ ਆਦਮੀ ਪਾਰਟੀ ਕਿਸੇ ਚਿਹਰੇ ਦੇ ਨਾਲ ਹੀ ਲੜੇਗੀ, ਤੇ ਜੇ ਉਹ ਭਗਵੰਤ ਮਾਨ ਦਾ ਨਹੀਂ ਹੋਵੇਗਾ ਤਾਂ ਫਿਰ ਕਿਸ ਦਾ ਹੋਵੇਗਾ? ਇਹ ਤਿੰਨੋਂ ਚਿਹਰਿਆਂ ਦੀ ਨਿਸ਼ਾਨਦੇਹੀ ਕਰ ਦਿਓ ਫਿਰ ਅਸੀਂ ਬ੍ਰੇਕ 'ਚ ਜਾਈਏ। ਨਹੀਂ ਦੇਖੋ ਅਕਾਲੀ ਦਲ ਦਾ ਤਾਂ ਕਲੀਅਰ ਹੀ ਹੈ, ਉਹ ਤਾਂ ਹੁਣ ਸੁਖਬੀਰ ਹੈ, ਉਸ ਤੋਂ ਇਲਾਵਾ ਤਾਂ ਕੋਈ ਉਹਨਾਂ ਕੋਲ ਨਹੀਂ ਹੈ, ਔਰ ਕਾਂਗਰਸ ਕੋਲ ਵੀ ਕੈਪਟਨ ਤੋਂ ਇਲਾਵਾ ਇਸ ਟਾਈਮ ਤਾਂ ਕੋਈ ਨਹੀਂ ਹੈ। ਜੇ ਰਾਹੁਲ ਗਾਂਧੀ ਜੀ ਆਪਣਾ ਜਰਨੈਲ ਚੇਂਜ ਕਰਨਾ ਚਾਹੇ, ਇਹ ਥੋੜਾ ਤਕੜੇ ਵਾਲਾ ਰਾਹੁਲ ਗਾਂਧੀ ਇਸ ਵਾਰੀ ਜਿਹੜੀ ਕਾਂਗਰਸ ਹਾਈ ਕਮਾਨ ਉੱਪਰ ਬਹੁਤ ਹੀ ਕਮਜ਼ੋਰ ਹੋਈ ਪਈ ਹੈ, ਔਰ ਜੇ ਉਹ ਥੋੜਾ ਸਟਰੋਂਗ ਹੁੰਦੇ ਕਮਜ਼ੋਰੀ ਤਾਂ ਮੈਨੂੰ ਯਾਦ ਆਇਆ ਵੀ ਹੈਲਥ ਤੇ ਏਜ ਵੀ ਬੜੇ ਵੱਡੇ ਫੈਕਟਰ ਹੁੰਦੇ ਨੇ, ਪਰ ਕੈਂਪੇਨਿੰਗ ਵੀ ਕਰਨੀ ਹੁੰਦੀ ਹੈ, ਫਿਰ 5 ਸਾਲ ਨਵਾਂ ਨਰੋਆ ਵੀ ਬਣਾਉਣਾ ਤੇ ਬੰਦੇ ਕਹਿਣਗੇ ਵੀ ਨਵਾਂ ਨਰੋਆ ਕੌਣ ਹੈ, ਤੇ ਬੰਦਾ ਵੀ ਨਵਾਂ ਨਰੋਆ ਬਿਲਕੁਲ ਠੀਕ ਹੈ, ਲੇਕਿਨ ਹਜੇ ਵੀ ਕਾਂਗਰਸ ਕੋਲੇ 20 ਕਿਲੋ weight ਘਟਾ ਲਿਆ ਹਾਂ ਅੱਛਾ, ਹੀ ਸ਼ੁੱਡ ਬੀ ਥਰੋਇੰਗ ਹਿਸ weight ਅਰਾਊਂਡ ਮੋਰ ਦੈਨ ਨਹੀਂ, ਉਹਨਾਂ ਨੇ ਕਿਹਾ ਮੈਂ 10 ਕਿਲੋ ਹੋਰ ਅਜੇ ਘਟਾਣਾ ਹੈ, 15 ਘਟਾਇਆ ਜੀ ਨਾ ਉਦੋਂ, ਹੁਣ 20 ਹੋ ਗਿਆ ਹਾਂ। ਤੇ ਲੇਕਿਨ ਕਾਸ਼ ਇੱਥੋਂ ਪਤਾ ਲੱਗ ਜਾਂਦਾ ਕੌਣ ਜਿੱਤ ਰਿਹਾ ਨਾ, ਕਿਹਦਾ ਕਿੰਨਾ ਭਾਰ ਵੱਧ ਘਟ ਗਿਆ ਜੀ। ਐਕਚੁਅਲੀ ਕੈਪਟਨ ਦੇ ਨਾਲ ਹਜੇ ਫਿਰ ਵੀ ਸਾਰੇ ਲੋਕ ਜੁੜ ਜਾਂਦੇ ਆ, ਮਤਲਬ ਜਿਹੜੇ ਬਾਕੀ ਦੇ ਵੀ ਹੈਗੇ ਉਹ ਜੁੜ ਜਾਂਦੇ ਆ, ਪਰ ਹੋਰ ਕੋਈ ਇਹੋ ਜਿਹਾ ਚਿਹਰਾ ਕਾਂਗਰਸ ਕੋਲ ਨਹੀਂ ਹੈ ਕਿ ਅਗਰ ਉਹਨੂੰ ਤੁਸੀਂ ਮਾਈਨਸ ਕਰੋ ਤੇ ਫਿਰ ਉਹਦੇ ਨਾਲ ਸਾਰੇ ਜਾ ਕੇ। ਆਈ ਫਾਈਂਡ ਇਟ ਇੰਟਰਸਟਿੰਗ। ਟਾਈਮ ਖਤਮ ਹੋ ਗਿਆ ਇਸ ਸੈਗਮੈਂਟ ਦੇ ਵਿੱਚ, ਪਰ ਗੱਲ ਇਹਦੀ ਹੋਰ ਕਰਨੀ ਹੈ। ਚਿਹਰਿਆਂ ਵਾਲੀ ਗੱਲ ਜ਼ਿਆਦਾ ਮਜ਼ੇਦਾਰ ਹੈਗੀ ਹੈ, ਪਤਾ ਤਾਂ ਲੱਗੇ ਨਾ ਘੁਲਾਟੀਆਂ ਸਾਡੇ ਸਾਹਮਣੇ ਹੈ ਕੌਣ ਨੇ। ਗੁਫ਼ਤਗੂ ਜਾਰੀ ਰੱਖਾਂਗੇ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਪੰਜਾਬ ਦੀ ਪੋਲਿਟਿਕਸ ਬਾਰੇ, ਆਉਣ ਵਾਲੀਆਂ ਫਰਵਰੀ 2022 ਦੀਆਂ ਇਲੈਕਸ਼ਨਾਂ ਬਾਰੇ, ਤੇ ਪਤਾ ਕਰਨ ਲੱਗੇ ਹਾਂ ਕਿ ਕੌਣ ਜਿੱਤੇਗਾ। ਜੇ ਨਾ ਪਤਾ ਲੱਗਿਆ ਤੇ ਕਸੂਰ ਐਂਕਰ ਦਾ ਹੀ ਹੋਏਗਾ, ਕਿਉਂਕਿ 4 ਪੈਨਲਿਸਟ ਜਿਹੜੇ ਨੇ ਜਿਵੇਂ ਮੈਂ ਦੱਸਿਆ ਜਿੰਨਾ ਕੋਈ ਇਹਨਾਂ ਕੋਲ ਤਜਰਬਾ 100 ਸਾਲ ਤੋਂ ਜ਼ਿਆਦਾ ਦਾ, ਤੇ ਪਤਾ ਤਾਂ ਇਹਨਾਂ ਨੂੰ ਹੈਗਾ, ਮੈਂ ਹੀ ਨਹੀਂ ਕਢਵਾ ਸਕਾਂਗਾ। ਬੱਲੀ ਸਾਹਿਬ ਹੁਣ ਇਹ ਦੱਸੋ, ਪਰ ਟਾਈਮ ਥੋੜਾ ਨਾ। ਅੱਛਾ ਟਾਈਮ ਥੋੜਾ, ਵਰਨਾ ਕੁੰਡਲੀ ਸਾਰੀ ਦੇਖ ਕੇ ਤੁਸੀਂ ਦੱਸਦੇ ਨਹੀਂ। ਅੱਜ ਮੈਨੂੰ ਦੱਸ ਦਿਓ ਵੀ ਜਿਹੜੇ ਪੁਰਾਣੇ ਸਵਾਲ
ਇਹ ਪੁਰਾਣੇ ਕਦੇ ਨਵੇਂ ਹੀ ਰਹਿੰਦੇ ਨੇ, ਜਾਂਦੇ ਹੀ ਨਹੀਂਗੇ ਕਿ ਅਮਰਿੰਦਰ ਸਿੰਘ ਜੀ ਦੀ ਐਕਸੈਸਿਬਿਲਿਟੀ ਕਿੰਨੀ ਕੁ ਹੈ, ਐਬਿਲਿਟੀ ਟੂ ਕੈਂਪੇਨ ਕਿੰਨੀ ਕੁ ਹੋਵੇਗੀ। ਏਜ ਤੇ ਹੈਲਥ ਦਾ ਜ਼ਿਕਰ ਮੈਂ ਕਰ ਦਿੱਤਾ ਤੇ ਭਾਰ ਦਾ ਜ਼ਿਕਰ ਤੁਸੀਂ ਕਰ ਦਿੱਤਾ। ਤੇ ਇਹ ਦੱਸੋ ਵੀ ਹਾਊ ਸ਼ੋਰ ਯੂ ਆਰ, ਪੁੱਟ ਯੂਰ ਮਨੀ ਵੇਅਰ ਯੂਰ ਮਾਊਥ ਇਜ਼, ਕਿ ਉਹ ਕਾਂਗਰਸ ਦਾ ਚਿਹਰਾ ਹੋਣਗੇ। ਉਹ ਜਿਹੜੀ ਕਹਾਣੀ ਹੈ, ਉਹ ਇੱਕ ਨਾ ਗੀਤ ਹੈਗਾ ਪੰਜਾਬੀ ਦਾ, ਵੀ ਇਹ ਪਿਆਰ ਦੀ ਕਹਾਣੀ ਸਦੀਆਂ ਪੁਰਾਣੀ, ਜਿਹੜਾ ਕਰੇ ਉਹਨੂੰ ਨਵੀਂ ਲੱਗਦੀ। ਇਹ ਮੁੜ ਮੁੜ ਉਹੀ ਆਈ ਆਉਂਦਾ, ਉਹੀ ਸਵਾਲ ਉਹੀ ਹੁੰਦੇ ਹਰ ਚੋਣ ਚ। ਤੇ ਮੈਨੂੰ ਇਹ ਵੀ ਜੇ ਦੇਖੋ 2 ਮਈ ਨੂੰ ਇਹਦਾ ਰਿਜ਼ਲਟ ਵੀ ਆ ਜਾਣਾ, ਜੇ ਅਸਾਮ ਦੇ ਵਿੱਚ ਕਾਂਗਰਸ ਨੇ ਹੋਰ ਚੰਗਾ ਪ੍ਰਦਰਸ਼ਨ ਕਰ ਦਿੱਤਾ, ਰਾਹੁਲ ਗਾਂਧੀ ਇਜ਼ ਨਾਓ ਮਚ ਮੋਰ ਸਟਰੋਂਗਰ। ਜਦੋਂ ਅਮਰਿੰਦਰ ਸਿੰਘ ਜੀ ਪਿਛਲੀ ਵਾਰੀ ਬਣੇ ਸੀ ਐਜ਼ ਇਫ देयर वाज नो ਚੋਇਸ, ਤੇ ਨਾਓ ਇਫ ਰਾਹੁਲ ਸੈਟਸ ਹਿਜ਼ ਓਨ ਟਰਮਸ, ਤੇ we can see a different journal emerging also। ਨਹੀਂ ਉਹ ਕਾਂਗਰਸ ਦੀ ਤਾਂ ਇੰਦਰਪ੍ਰੀਤ ਹੋਣਾ ਦੀ ਗੱਲ ਮੈਂ ਸਹਿਮਤ ਹਾਂ। ਓਕੇ, ਮੈਂ ਤੁਹਾਨੂੰ ਦੱਸਿਆ ਨਹੀਂ, ਸਵਾਲ ਇਹ ਸੀਗਾ ਜਿਹਦਾ ਤੁਸੀਂ ਜਵਾਬ ਦਿੱਤਾ ਵੀ ਨਵਜੋਤ ਸਿੱਧੂ ਦਾ ਕੋਈ ਚਾਂਸ ਹੈਗਾ ਕਿ ਨਹੀਂ, ਤਾਂ ਤੁਸੀਂ ਕਹਿਤਾ ਨਹੀਂ। ਹਾਂ ਨਹੀਂ ਹੈ। ਉਹ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਇਸ ਵਾਰ ਜਿਹੜੀ ਪਾਰਟੀ ਚਲਾਈ, ਸਰਕਾਰ ਚਲਾਈ, ਪਾਰਟੀ ਵੀ ਉਹੀ ਚਲਾ ਰਿਹਾ ਪ੍ਰੈਕਟੀਕਲੀ। ਤੁਸੀਂ ਕਹਿ ਰਹੇ ਹੋ ਚਲਾਈ ਹੈ ਤੇ ਉਹ ਬੜੇ ਉਹਨੇ ਇਹ ਕਹ ਲਓ ਕਿ ਸਿਆਸੀ ਉਹਨੂੰ ਕੀ ਕਹਿ ਸਕਦੇ ਆ, ਕਲਾਕਾਰੀ ਨਾਲ ਚਲਾਈ ਹੈ। ਹਾਂ ਮਤਲਬ ਇਹਦੇ ਤੇ ਮੈਂ ਸ਼ਬਦ ਨਹੀਂ ਵਰਤਦਾ ਕੋਈ, ਸ਼ਬਦ ਨਾਲ ਸਹਿਮਤ ਹਾਂ, ਕਲਾਕਾਰੀ ਨਾਲ ਚਲਾਈ ਹੈ। ਤੇ ਸਾਰੇ ਅੰਦਰਲੇ ਤੇ ਬਾਹਰਲੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਬਾਹਰ ਰੱਖਿਆ, ਸੈੱਟ ਕਰਕੇ ਤਾਂ ਸਿਰ ਜਿੰਨੇ ਪਹਿਲਾਂ ਦੇਖੋ ਅੰਦਰ ਕਿੰਨੀ। ਅੱਛਾ, ਕਈ ਲੋਕਾਂ ਨੂੰ ਲੱਗਦਾ ਵੀ ਭਾਜਪਾ ਨੂੰ ਅੰਦਰ ਹੀ ਰੱਖਿਆ, ਕਈ ਵਾਰੀ ਇਦਾਂ ਲੱਗਦਾ ਰਿਹਾ ਭਾਜਪਾ ਦੀ ਸਰਕਾਰ ਚੱਲੀ ਜਾ ਰਹੀ। ਉਹਦੇ ਤਾਂ ਦੇਖੋ ਉਹ ਜਿਹੜੀ ਸਟ੍ਰੈਟਜੀ ਹੈ ਨਾ, ਜੇ ਪਹਿਲਾਂ ਮਨਮੋਹਨ ਸਿੰਘ ਤੇ ਸੋਨੀਆ ਨੇ ਬਾਦਲ ਸਰਕਾਰ ਨੂੰ ਨਾਲ ਜੋ ਰਿਲੇਸ਼ਨ ਰੱਖਿਆ, ਉਹੀ ਮੋਦੀ ਨੇ ਇੱਧਰ ਰੱਖਿਆ ਕਿ ਇਹਨਾਂ ਨੂੰ ਨਾ ਉਹ ਤੰਗ ਕਰੋ। ਉਹ ਤਾਂ ਉਹਨਾਂ ਦੀਆਂ ਆਪਣੀਆਂ ਉਹ ਨੈਸ਼ਨਲ ਇਸ਼ੂ ਹੋਇਆ। ਪਤਾ ਨਹੀਂ ਧਾਲੀਵਾਲ ਸਾਹਿਬ, ਸੰਜੇ ਬਾਰੂ ਹੋਰਾਂ ਦੀ ਨਵੀਂ ਕਿਤਾਬ ਆਈ ਹੈ, ਹੁਣੇ ਵਿਸਾਖੀ ਤੇ ਰਿਲੀਜ਼ ਹੋਣੀ ਹੈ। ਉਹਨਾਂ ਨੇ ਜਿਹੜੀਆਂ ਇੰਡੀਅਨ ਪੋਲਿਟਿਕਸ ਦੀਆਂ ਇੰਟਰਨਲ ਇਲੀਟ ਤੇ ਉਹਨਾਂ ਦੀਆਂ ਗੰਢ ਤੋਪਾਂ ਦੀ ਜਿੰਨੀ ਗੱਲ ਕੀਤੀ ਹੈ, ਇੱਕ ਗੱਲ ਉਹਨਾਂ ਨੇ ਕਹੀ ਹੈ, ਮੈਂ ਸੁਣ ਰਿਹਾ ਸੀ, ਉਹ ਕਰਨ ਥਾਪਰ ਨੂੰ ਇੰਟਰਵਿਊ ਦੇ ਰਹੇ ਸੀ। ਉਹਨਾਂ ਨੇ ਕਿਹਾ ਕਿ ਦੇਖ ਲਓ ਆਈਡੀਓਲੋਜੀ ਦੇ ਵਿੱਚ ਰੋਮਿਲਾ ਥਾਪਰ ਤੇ ਮੌਂਟੇਕ ਸਿੰਘ ਆਹਲੂਵਾਲੀਆ ਇੱਕੋ ਪਾਸੇ ਇਕੱਠੇ ਹੋ ਗਏ ਨੇ, ਸਾਰੇ ਰਾਈਟ ਲੈਫਟ ਇਕੱਠੇ ਹੋ ਗਏ ਨੇ, ਤੇ ਅਮਰਿੰਦਰ ਸਿੰਘ ਜੀ ਨੇ ਤਾਂ ਉਹ ਪੰਜਾਬ 'ਚ ਕਰ ਹੀ ਦਿੱਤਾ ਹੋਇਆ। ਚਲੋ ਉਹ ਨੈਸ਼ਨਲ ਪਰਸੈਪਸ਼ਨ, ਕੀ ਇਹ ਇਲੈਕਸ਼ਨਾਂ ਡੈਥ ਆਫ ਆਈਡੀਓਲੋਜੀ ਵਾਲੇ ਉਹਦੇ 'ਚ ਦਰਅਸਲ ਹੋਣਗੀਆਂ? ਹੁਣ ਵਿਚਾਰਧਾਰਾ ਕੋਈ ਕਿਸੇ ਕਿਸਮ ਦੀ ਨਹੀਂ ਰਹਿ ਗਈ, ਕੋਈ ਬਿਲਕੁਲ ਮੈਟਰ ਨਹੀਂ ਕਰੇਗੀ ਵਿਚਾਰਧਾਰਾ ਮੈਟਰ ਨਹੀਂ ਕਰੇਗੀ। ਦੇਖੋ ਵੀ ਜਦੋਂ ਆਮ ਆਦਮੀ ਪਾਰਟੀ ਪਿਛਲੀ ਵਾਰੀ ਆਈ ਸੀ ਤਾਂ ਵਿਚਾਰਧਾਰਾ ਲੈ ਕੇ ਆਈ ਸੀਗੀ, ਉਸ ਤੋਂ ਬਾਅਦ ਉਹ ਵਿਚਾਰਧਾਰਾ ਪਤਾ ਨਹੀਂ ਕਿੱਧਰ ਗਈ। ਹੁਣ ਦਿੱਲੀ 'ਚ ਵੀ ਕੋਈ ਵਿਚਾਰਧਾਰਾ ਨਹੀਂ ਰਹੀ, ਵਿਚਾਰਧਾਰਾ ਤਾਂ ਇੱਧਰ ਉੱਧਰ ਸਾਰਾ ਕੁਝ ਹੋ ਗਿਆ ਨਾ। ਫਿਰ ਦਾਅਵੇ ਕਿੰਨੇ ਦਾਅਵੇ ਸੀ ਉਹ ਵਿਚਾਰਧਾਰਾ ਦੇ। ਉਸ ਤੋਂ ਬਾਅਦ ਸਰਵਾਈਵਲ ਵਾਸਤੇ ਸ਼ੁਰੂ ਹੋਇਆ ਕੰਮ ਕਿ ਪਾਰਟੀ ਦਿੱਲੀ 'ਚ ਕਿਵੇਂ ਸਰਵਾਈਵ ਕਰਦੀ ਹੈ, ਕਿਵੇਂ ਲੜਾਈ ਲੜਦੀ ਹੈ, ਆਪਦੀ ਕਿਵੇਂ ਆਪਣੇ ਆਪ ਬਚਾ ਕਰਦੇ ਆ, ਉਸ ਤਰ੍ਹਾਂ ਦੇ ਪੰਜਾਬ 'ਚ। ਸੋ ਟੇਕ ਦਿਸ ਤਾਲੀਵਾਲ ਸਾਹਿਬ, ਦੇਖੋ ਕਿ ਨਵੇਂ ਇਸ਼ੂ ਲੈ ਸਾਰੀ ਰਾਜਨੀਤੀ ਦੇ ਵਿੱਚ ਕੋਈ ਪਾਰਟੀ ਵਿਚਾਰਧਾਰਾ ਲੈ ਕੇ ਆ ਜਾਵੇ। ਆਫਟਰ ਅਕਾਲੀ ਦਲ ਕੋਲ ਇੱਕ ਪੇਟੈਂਟ ਤੇ ਹੈਗਾ ਨਾ ਜੀ, ਇੱਕ ਤੇ ਉਹਨਾਂ ਕੋਲ ਬੜੀ ਸੁਖਬੀਰ ਬਾਦਲ ਇਜ਼ ਅ ਵੈਰੀ ਅਨਟਾਇਰਿੰਗ ਇਲੈਕਸ਼ਨ ਕੈਂਪੇਨਰ, ਕਿੰਨੇ ਸਮੇਂ ਤੋਂ ਤਾਂ ਉਹ ਕੈਂਪੇਨ ਦੇ ਵਿੱਚ ਹੀ ਨੇ ਲਗਾਤਾਰ। ਸੈਕੰਡਲੀ ਪਾਰਟੀ ਮਸ਼ੀਨਰੀ ਪੂਰੀ ਲੁਬਰੀਕੇਟਡ ਹੈ, ਕਾਡਰ ਉਹਨਾਂ ਦਾ ਛੱਡ ਕੇ ਨਹੀਂ ਗਿਆ, ਜੇ ਕਿ ਪੰਜਾਬ ਦੇ ਵਿੱਚ ਕਿੰਨੀ ਐਂਟਾਈ ਲਹਿਰ ਚੱਲਦੀ ਰਹੀ ਹੈ। ਉਹਨਾਂ ਦਾ ਨੈਟਵਰਕ ਜਿਹੜਾ ਨਾ ਪਿੰਡ ਪੱਧਰ ਤੱਕ ਉਹ ਇੰਟੈਕਟ ਨਹੀਂ, ਮੋਬਿਲਾਈਜ਼ ਰਹਿ ਗਿਆ ਉਹਨਾਂ ਨੇ। ਇਹਦੇ ਵਿੱਚ ਜੇ ਉਹ ਆਪਣੇ ਪੇਟੈਂਟਡ ਇਸ਼ੂ ਲੈ ਕੇ ਆ ਜਾਂਦੇ ਨੇ, ਫੈਡਰਲਿਜ਼ਮ ਇਸ ਵੇਲੇ ਦੇਸ਼ ਦੇ ਵਿੱਚ ਬਹੁਤ ਜ਼ਬਰਦਸਤ ਮੁੱਦਾ ਹੈ, ਕੇਂਦਰ ਤੇ ਰਾਜਾਂ ਦੇ ਵਿੱਚ ਜਿਹੜੀ ਐਂਟੀ ਇਨਕੰਬੈਂਸੀ ਵਾਲਾ ਇਸ਼ੂ ਹੈ ਨਾ ਜੀ, ਹੁਣ ਉਹਦੇ ਚ ਉਹ ਵੀ ਉਸ ਸ਼ਾਮਲ ਹੋ ਗਏ ਨਾ। ਹਾਂ ਬਿਲਕੁਲ, ਕੈਸ਼ ਕਰਨ ਚ ਬਿਲਕੁਲ ਐਂਟੀ ਸੈਂਟਰ ਜਿਹੜਾ ਪੋਸਟਰ ਸੀਗਾ, ਬਿਲਕੁਲ ਉਹਦੇ ਚ ਵੀ ਉਹ ਬਿਲਕੁਲ ਜਿਸ ਲੈਵਲ ਤੇ ਉਹਦੇ ਪ੍ਰੋਸਪੈਕਟ ਥੋੜੇ ਇੰਪਰੂਵ ਹੋਣਗੇ, ਜਿਸ ਲੈਵਲ ਤੇ ਫੈਡਰਲਿਜ਼ਮ ਦਾ ਇਸ਼ੂ ਅਕਾਲੀ ਦਲ ਨੂੰ ਲੈਣਾ ਚਾਹੀਦਾ ਹੁਣ ਉਸ ਲੈਵਲ ਤੋਂ ਲੈ ਨਹੀਂ ਰਹੇ, ਅਜੇ ਲੈ ਨਹੀਂ। ਇਸ ਵੇਲੇ ਬਹੁਤ ਵੱਡਾ ਇਸ਼ੂ ਹੈਗਾ, ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਖੋਰਾ ਲਾਇਆ ਹੈ ਤੇ ਰਾਜ ਦੀਆਂ ਸ਼ਕਤੀਆਂ ਦਾ ਮਤਲਬ ਘਾਣ ਕੀਤਾ ਹੈ, ਉਸ ਵਾਸਤੇ ਜਿਹੜਾ ਅਕਾਲੀ ਦਲ ਕੋਲੇ ਬਹੁਤ ਵੱਡਾ ਪੁਰਾਣਾ ਪਲੇਟਫਾਰਮ ਹੈਗਾ, ਕਿਉਂਕਿ ਉਹ ਇਸ ਤੇ ਲੜਾਈ ਲੜਦੇ ਰਹੇ ਨੇ ਇਸ ਮੁੱਦੇ ਤੇ ਉਹ ਹੁਣ ਵੀ ਦੁਬਾਰਾ ਉਸ ਨੂੰ ਰਿਵਾਈਵ ਕਰ ਸਕਦੇ ਨੇ, ਮਤਲਬ ਪੂਰੀ ਤਰ੍ਹਾਂ ਕਰ ਸਕਦੇ, ਪਰ ਉਸ ਢੰਗ ਨਾਲ ਉਹ ਲੜਾਈ ਨਹੀਂ ਲੜ ਰਹੇ ਜਿਸ ਢੰਗ ਨਾਲ ਉਹਨੂੰ ਲੜਨੀ ਚਾਹੀਦੀ ਹੈ। ਮਤਲਬ ਇਸ ਵੇਲੇ ਜਿਹੜੀ ਅਕਾਲੀ ਦਲ ਹੈ ਜਾਂ ਇਸ ਤਰ੍ਹਾਂ ਦੀਆਂ ਪਾਰਟੀਆਂ, ਉਹਨਾਂ ਕੋਲੇ ਬਹੁਤ ਸਾਰੇ ਮੁੱਦੇ ਜਿਨ੍ਹਾਂ ਤੇ ਉਹ ਲੜਾਈ ਲੜ ਸਕਦਾ, ਜਿਨ੍ਹਾਂ ਤੇ ਪਰ ਪਤਾ ਨਹੀਂ ਕਿਉਂ ਇਸ ਵੇਲੇ ਉਹ ਨਾ ਅਗਰੈਸਿਵਲੀ ਨਹੀਂ ਚੱਲ ਰਹੇ ਜਿਨ੍ਹਾਂ ਹੋਣਾ ਚਾਹੀਦਾ। ਪੋਸੀਬਲ ਕਿ ਤੁਸੀਂ ਇੱਕ ਬੀਜੇਪੀ ਰੂਲਡ ਸੈਂਟਰ ਨਾਲ ਮੱਥਾ ਲਾ ਲਓ, ਕਾਂਗਰਸ ਦੇ ਨਾਲ ਮੱਥੇ ਲਈ ਅਕਾਲੀ ਦਲ ਪਹਿਲਾਂ ਤੋਂ ਹੀ ਜਾਣਿਆ ਜਾਂਦਾ ਹੈ। ਸੋ ਯੂ ਕੈਨ ਬੀ ਵਨ ਪਾਰਟੀ ਜਿਹੜੀ ਭਾਜਪਾ ਹੀ ਕੇਂਦਰ ਦੇ ਨਾਲ ਮੱਥਾ ਲਾ ਰਹੀ ਹੈ ਤੇ ਕਾਂਗਰਸ ਨਾਲ ਮੱਥਾ ਲਾ ਰਹੀ ਹੈ, ਐਂਟੀ ਇਨਕੰਬੈਂਸੀ ਵਾਲੇ ਤੋਂ ਜਿਵੇਂ ਕਹਿ ਰਹੇ ਨੇ ਉੱਥੋਂ ਖਹਿੜਾ ਛੁਡਾ ਲਿਆ, ਲੁਬਰੀਕੇਟਡ ਪਾਰਟੀ ਮਸ਼ੀਨਰੀ ਹੈ ਤੇ ਜਿਹੜੀ ਚੇਨ ਆਫ ਕਮਾਂਡ ਆ ਉਹਦੇ 'ਚ ਕੋਈ ਸ਼ੱਕ ਨਹੀਂਗਾ ਕਿ ਭਾਈ ਕਮਾਂਡ ਕਿੱਥੋਂ ਆਣੀ ਹੈ। Will that improve? Is there possibility of Akalis really making it?
ਦੇਖੋ ਇਹ ਅਕਾਲੀ ਦਲ ਵਾਸਤੇ ਸਭ ਤੋਂ ਵੱਡੀ ਕਿ ਜਿਹੜੀ ਇੱਕ ਲੰਬਾ ਸਮਾਂ ਗੁੱਸਾ ਚੱਲਦਾ ਰਿਹਾ ਅਕਾਲੀ ਦਲ ਦੇ ਖਿਲਾਫ? ਨਹੀਂ, ਗੁੱਸਾ ਸਭਾ ਤਾਂ ਦੇ ਹਾਲੇ ਵਿੱਚ। ਵੀ ਕਾਇਮ ਗੁੱਸਾ ਹੈਗਾ, ਰਿਪਲਸ਼ਨ ਘਟ ਗਈ ਹੁਣ ਨਹੀਂ, ਉਹ ਚੀਜ਼ ਘਟ ਗਈ। ਆਫਟਰ ਉਹ ਕੇਂਦਰ ਦੇ ਨਾਲ ਜਿਸ ਕਿਸਮ ਨਾਲ ਰਿਸ਼ਤੇ ਇਵੋਲਵ ਹੋਏ ਨੇ ਉਹ ਚੀਜ਼ ਘਟ ਗਈ ਹੈ ਜੀ। ਗੁੱਸਾ ਉਸ ਲੈਵਲ ਦੇ ਉੱਤੇ ਤੁਸੀਂ ਇਹ ਕਹਿ ਸਕਦੇ ਹੋ ਕੁਝ ਉਹਦਾ ਲੈਵਲ ਘਟ ਗਿਆ, ਔਰ ਗੁੱਸਾ ਜਿਹੜਾ ਬਰਗਾੜੀ ਵਾਲੇ ਇਸ਼ੂ ਦੇ ਉੱਤੇ ਹਾਲੇ ਵੀ ਗੁੱਸਾ ਉਵੇਂ ਕਾਇਮ ਹੈ, ਕਿਉਂਕਿ ਬਰਗਾੜੀ ਜਿਹੜਾ ਹੈਗਾ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਔਰ ਕਾਂਗਰਸ ਉਹਨਾਂ ਨੂੰ ਬਰਗਾੜੀ ਉਹੀ ਕੁਛ ਹੈ ਜੋ ਕਾਂਗਰਸ ਵਾਸਤੇ 1984 ਹੈ। ਸੋ ਉਹਨਾਂ ਵਾਸਤੇ ਇਹਦੀਆਂ ਜਿਹੜੀ ਜਵਾਬਦੇਹੀ ਆ ਉਹ ਤਾਂ ਕਰਨੀ ਦੇਣੀ ਪੈਣੀ ਹੈ। What if Akalis do the real Akali politics? ਦੇਖੋ ਜੀ ਉਹਦੇ ਵਿੱਚ ਅਕਾਲੀ ਦਲ ਨੇ ਆਪਣੇ ਹੈਵ ਸ਼ਾਟ ਦੈਮਸੈਲਫ ਇਨ ਦੀ 40 ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ ਦੇ ਜਿਹੜਾ ਮਸਲਾ ਸੀ, ਉਦੋਂ ਕੇਂਦਰ ਦੇ ਨਾਲ ਡਟ ਕੇ ਖੜੇ ਹੋ ਜਾਣਾ, ਉਹੀ ਅਕਾਲੀ ਦਲ ਜਿਹੜਾ ਫੈਡਰਲ ਸਟਰਕਚਰ ਦਾ ਟੋਟਲ ਹਾਮੀ ਸੀ। ਉਦੋਂ ਫਿਰ ਹੁਣ ਜਿਵੇਂ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਸਾਹਿਬ ਨੂੰ ਵੀ ਪ੍ਰੋਬਲਮ ਫੇਸ ਕਰਨੀ ਪਈ, 370 ਦੀ ਸਪੋਰਟ ਕੀਤੀ, ਹੁਣ ਉਹਨਾਂ ਨੇ ਸਾਰੇ ਲੈ ਲਏ। ਸੋ ਸਿਮਿਲਰ ਕੁਐਸਚਨਸ ਫੇਸ ਕਰਨਗੇ ਬਾਕੀ। ਹਾਂਜੀ, ਪਰ ਅਕਾਲੀ ਦਲ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਬਿਲਕੁਲ ਬੱਲੀ ਭਾਜੀ ਨੇ ਵੀ ਇਹੀ ਗੱਲ ਕੀਤੀ ਹੈ ਕਿ ਜਿਹੜਾ ਅਕਾਲੀ ਦਲ ਦਾ ਪਹਿਲਾ ਜਿਹੜਾ ਓਰੀਜਨਲ ਸਟੈਂਡ ਸੀ ਉਹ ਐਂਟੀ ਸੈਂਟਰਿਜ਼ਮ ਸੀ, ਜਿਹਨੂੰ ਇਹਨਾਂ ਨੇ ਕੋਲੀਸ਼ਨ ਪੋਲਿਟਿਕਸ ਦੇ ਵਿੱਚ ਐਂਟੀ ਕਾਂਗਰਸ ਤਬਦੀਲ ਕਰਤਾ ਸੀ। ਪਰ ਮੀਨਵਾਈਲ ਪੰਜਾਬ ਦੇ ਵਿੱਚ ਵੀ ਇੱਕ ਤਬਦੀਲੀ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਾਂਗਰਸ ਦਾ ਨੇਚਰ ਵੀ ਬਦਲਤਾ ਕਿ ਕਾਂਗਰਸ ਨੂੰ ਜਿਹੜੀ ਹੈਗੀ ਇੱਕ ਰੀਜਨਲ ਜਿਹੜੀ ਪੰਜਾਬ ਪੀਸੀਸੀ ਹੈ ਉਹਨੂੰ ਇੱਕ ਰੀਜਨਲ ਪਾਰਟੀ ਉਹ ਬਣਾ ਲਿਆ, ਤੇ ਜਿਹਦਾ ਅਲਾਈਅੰਸ ਜਿਹੜਾ AICC ਦੇ ਨਾਲ ਹੈ। ਸੋ ਉਹਦੀ ਡਿਕਟੇਟ ਜਿਹੜੀ ਹੈਗੀ ਆ ਉਹ ਉਸ ਲੈਵਲ ਦੇ ਉੱਤੇ ਉਹਦਾ ਅਲਾਈਅੰਸ AICC ਦੇ ਨਾਲ ਵੀ ਹੈ। ਬੱਲੀ ਸਾਹਿਬ ਨੇ ਵਿਰੋਧ ਨਹੀਂ ਕੀਤਾ, ਜਿਸ ਵੇਲੇ ਮੈਂ ਕਿਹਾ ਥੋੜਾ ਅਲਾਈਅੰਸ ਭਾਜਪਾ ਦੇ ਨਾਲ ਵੀ ਲੱਗਦਾ। ਤੁਸੀਂ ਬਹੁਤ ਸਾਰੇ ਉਹਨਾਂ ਦੇ ਕੰਮਕਾਰ ਦੇਖੋ ਤੇ ਇੰਜ ਲੱਗਦਾ ਜਿੱਦਾਂ ਕੋਈ BJP ਦੀ ਵੀ ਸਰਕਾਰ ਚੱਲ ਰਹੀ ਹੋਵੇ। ਅਮਰਿੰਦਰ ਸਿੰਘ ਜੀ ਉਹਨੇ ਹੀ ਨੈਸ਼ਨਲਿਸਟ ਹੈਗੇ ਨੇ, ਕਸ਼ਮੀਰ ਤੋਂ ਉਹਨੇ ਹੀ ਸ਼ੇਰ ਇਹਨਾਂ ਨੂੰ ਚਾਹੀਦੇ ਹੁੰਦੇ ਨੇ। ਮੇਜਰ ਕੋਈ ਬਣ ਦੇਵੇ ਕਿਸੇ ਕਸ਼ਮੀਰੀ ਨੂੰ ਜੀਪ ਦੇ ਉੱਤੇ ਤੇ ਇਹਨਾਂ ਨੂੰ ਵੀ ਉਹਦੇ ਲਈ ਮੇਜਰ ਨਿਭਾਗੀ ਦਾ ਨਾਮ ਚਾਹੀਦਾ ਹੁੰਦਾ। ਪਿਛਲਾ ਕੰਪੈਰੀਜ਼ਨ ਕਰਤਾ ਸੀ ਨਹੀਂ, ਜਿਹੜੀ ਨੈਸ਼ਨਲਿਜ਼ਮ ਦੇ ਇਸ਼ੂ ਦੇ ਉੱਤੇ ਤਾਂ ਅਗਰ ਕਾਂਗਰਸ ਦੇ ਵਿੱਚ ਮੋਦੀ ਨੂੰ ਕਿਸੇ ਨੇ ਚੈਲੰਜ ਕੀਤਾ। ਮੈਂ ਪਰ ਰੀਜਨਲਿਜ਼ਮ ਦੀ ਗੱਲ ਕਰ ਰਹੇ ਆ। ਆ ਜਿਹੜੇ 4 ਘੁਲਾਟੀਏ ਸਾਡੇ ਸੀਨਾ ਚੌੜਾ ਕਰਕੇ 56 ਇੰਚ ਵਾਲਿਆਂ ਨੂੰ ਮਿਲਣ ਗਏ ਸੀਗੇ, ਆ ਹੁਣੇ ਲਾਲ ਸਿੰਘ ਜੀ ਤੇ ਮਨਪ੍ਰੀਤ ਬਾਦਲ ਜੀ ਸਾਰੇ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਇਹ ਗੋਡੇ ਟੇਕ ਕੇ ਆਏ ਨੇ, ਇਹਦੇ ਚ ਰੀਜਨਲਿਜ਼ਮ ਦਾ ਕੀ ਬਚੇਗਾ? ਕਿ ਜੀ ਉਹ ਅਸੀਂ ਗਏ ਸੀ ਮਿਲਣ ਬੜੇ ਚੌੜੇ ਹੋ ਕੇ ਤੇ ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਣੀ ਤੁਹਾਡੀ ਗੱਲ, ਤੇ ਫਿਰ ਅਸੀਂ ਵਾਪਸ ਆ ਗਏ ਹਾਂ ਤੇ ਆਂਦਿਆਂ ਸਰ ਨਵਾਂ ਨਰੋਆ ਪੰਜਾਬ ਦਾ ਇਸ਼ਤਿਹਾਰ ਦੇਤਾ ਵੀ 48 ਘੰਟਿਆਂ 'ਚ ਆਨਲਾਈਨ ਪੇਮੈਂਟ ਕਿਸਾਨਾਂ ਨੂੰ ਸਿੱਧੀ ਮਿਲੇਗੀ। ਬਿਲਕੁਲ, ਉਹ ਜਿਹੜਾ ਇਹ ਇਸ਼ੂ ਬਹੁਤ ਇੰਪੋਰਟੈਂਟ ਸੀਗਾ। ਅਗਰ ਇਹ ਉੱਥੇ ਅੜ ਜਾਂਦੇ, ਇਹਦੇ 'ਚ ਪੋਲਿਟਿਕਸ ਕੀ ਬਚਦੀ ਹੈ ਅਮਰਿੰਦਰ ਸਿੰਘ ਦੀ, ਕਾਂਗਰਸ ਦੀ? ਪੰਜਾਬ 'ਚ ਕੀ ਪੋਲਿਟਿਕਸ ਬਚੇਗੀ? ਪੋਲਿਟਿਕਸ ਤਾਂ ਉਹ ਜਿਹੜੀ ਸਰ ਗੱਲ ਕਰ ਰਹੇ ਸੀ ਕਿ ਪੋਲਿਟਿਕਸ ਤਾਂ ਉਸ ਤਰ੍ਹਾਂ ਦੀ ਹੈ ਹੀ ਨਹੀਂ ਉਹਨਾਂ ਦੀ। ਉਹ ਤਾਂ ਉੱਥੇ ਉਹਨਾਂ ਨਾਲ ਤਾਂ ਥੋੜੀ ਉਹ ਰੱਖਦੇ ਹੀ ਹੈ। ਠੀਕ ਹੈ, ਜਿਹੜੀ ਤੁਸੀਂ ਗੱਲ ਕਰ ਰਹੇ BJP ਨਾਲ ਬਣਾ ਕੇ ਰੱਖਦੇ ਹੈ ਉਹ ਹੈ, ਲੇਕਿਨ ਮੈਂ ਇਹ ਗੱਲ ਕਰ ਰਿਹਾ ਕਿ ਇਹ ਇੱਕ ਇਸ਼ੂ ਸੀਗਾ ਜਿਸ ਤੇ ਉਹ ਸਟੈਂਡ ਲੈ ਸਕਦੇ ਸੀ, ਪਰ ਉਹਨਾਂ ਨੇ ਨਹੀਂ ਲਿਆ ਉੱਥੇ। ਮੇਬੀ ਉਹਦਾ ਇੱਕ ਕਾਰਨ ਇਹ ਵੀ ਹੋਵੇਗੀ ਕਿ ਜਿਹੜਾ ਆਲਰੇਡੀ 3 ਕਿਸਾਨ ਪੰਜਾਬ ਦੇ ਹੱਕਾਂ ਦਾ ਰਾਖਾ ਜਿਹੜਾ ਸੀਗਾ ਉਹ ਸਟੈਂਡ ਜਿਹਦੇ ਤੇ ਸਟੈਂਡ ਨਹੀਂ ਲਿਆ, ਸਾਰਾ ਕਿਸਾਨ ਅੰਦੋਲਨ ਭਖਿਆ ਪਿਆ ਤੇ ਜੇ ਇਹਦੇ ਤੇ ਸਟੈਂਡ ਨਹੀਂ ਲਿਆ ਤਾਂ ਫਿਰ ਸਟੈਂਡ ਕਿਹਦੇ ਤੇ ਲੈਣਾ? ਸਟੈਂਡ ਪਲਾਸਟਿਕ ਦਾ। ਉਹਨਾਂ ਕੋਲ ਬਹੁਤ ਅੱਛਾ ਮੌਕਾ ਸੀ, ਦੇਖੋ ਫਾਰਮਰ ਉੱਥੇ ਐਜੀਟੇਸ਼ਨ ਕਰੇ, ਪਰ ਇਹ ਚ ਥੋੜਾ ਜਿਹਾ ਇੱਕ ਜਿਹੜੀ ਦਿੱਕਤ ਸੀ ਨਾ ਉਹ ਇਹ ਸੀਗੀ ਕਿ ਬਹੁਤ ਸਾਰੀਆਂ ਫਾਰਮਰ ਯੂਨੀਅਨ ਖੁਦ ਹੀ ਚਾਹੁੰਦੀਆਂ ਕਿ ਸਾਨੂੰ ਡਾਇਰੈਕਟ ਪੇਮੈਂਟ ਕੀਤੀ ਜਾਏ। ਉੱਥੇ ਐਕਚੁਅਲੀ ਜਦੋਂ ਫਿਰ ਜਿਹੜੇ ਫੋਰਸ ਕਰਨ ਨਾਲ ਤੁਸੀਂ ਲੜਨਾ ਹੁੰਦਾ ਉਹੀ ਅਗਰ ਪਿੱਛੇ ਹੈ ਤਾਂ ਫਿਰ ਇਸ ਵੇਲੇ ਇਹ ਕਲੈਕਟਿਵ ਉਹ ਕਦੀ ਹੁੰਦਾ ਸੀਗਾ, ਪਰ ਇਸ ਵੇਲੇ ਕਲੈਕਟਿਵ ਵਿਊ ਇਹ ਨਹੀਂ ਹੈਗਾ ਕਿ ਡਾਇਰੈਕਟ ਪੇਮੈਂਟ ਕੀਤੀ ਜਾਵੇ। ਉਗਰਾਹਾਂ ਸਾਹਿਬ ਦਾ ਵੀ ਬਿਆਨ ਦਰਸ਼ਨਪਾਲ ਖੁੱਲ ਕੇ ਬੋਲ ਰਿਹਾ, ਇਵਨ ਉਗਰਾਹਾਂ ਦਾ ਬੋਲਿਆ ਵੀ ਅਸੀਂ ਇਹਦੇ ਹੱਕ ਚ। ਅੱਛਾ, ਮੈਂ ਕਿਤੇ ਹੋ ਸਕਦਾ ਅਖਬਾਰ ਦਾ ਕੋਈ ਪੰਨਾ ਰਹਿ ਨਾ ਗਿਆ ਹੋਵੇ ਧਾਲੀਵਾਲ ਸਾਹਿਬ, ਇੱਕ ਕੰਡੈਮਨੇਸ਼ਨ ਦਾ ਬਿਆਨ ਆ ਗਿਆ ਅਮਰਿੰਦਰ ਸਿੰਘ ਜੀ ਦਾ ਜਿਹੜੇ ਖਾਦਾਂ ਦੇ ਰੇਟ ਵਧਾਏ ਨੇ। ਵਾਪਸ ਲੈ ਲੈਣਾ, ਵਾਪਸ ਲੈ ਲੈਣਾ ਉਹਨਾਂ ਨੇ ਲੈ ਲਏ ਵਾਪਸ। ਉਹਨਾਂ ਨੇ ਵਾਪਸ ਲੈ ਲਿਆ। ਕੱਲ ਹੀ DAP ਦਾ ਵਧਾਇਆ ਸੀ, ਉਹ ਵਧਾ ਲਿਆ, ਵਾਪਸ ਲੈ ਲਿਆ। ਕੰਪਲੈਕਸ ਦਾ ਤੇ ਨਾਨ ਯੂਰੀਆ ਦਾ ਉਹਦੇ ਤਾਂ ਵਧੇ ਹੀ ਰਹਿਣਗੇ, ਉਹ ਵਧੇ ਰਹਿਣਗੇ। ਉਹ ਯੂਰੀਆ ਦਾ ਰਹੇਗਾ, ਜਿਹੜੇ ਮੇਨ ਵਧੇ ਨੇ ਉਹ ਵਧੇ ਹੀ ਰਹਿਣਗੇ, ਬਲਕਿ ਉਹਦੇ ਨਾਲ ਹੁਣ ਇੰਬੈਲੈਂਸ ਹੋਰ ਹੋਵੇਗਾ ਕਿਉਂਕਿ ਸਾਡਾ ਕਿਸਾਨ ਪਹਿਲਾਂ ਹੀ ਯੂਰੀਆ ਸਪੈਸੀਫਿਕ ਹੋਇਆ ਪਿਆ ਤੇ ਹੋਰ ਯੂਰੀਆ ਸਪੈਸੀਫਿਕ ਹੋ ਜਾਏਗਾ ਜੇ ਤੁਸੀਂ ਨਾਨ ਯੂਰੀਆ ਦੇ ਰੇਟ ਵਧਾਓਗੇ ਤਾਂ। ਸਟੇਟਾਂ ਦੇ ਪੱਲੇ ਛੱਡਿਆ ਹੀ ਕੁਝ ਨਹੀਂ ਰਿਹਾ, ਕੱਖ ਨਹੀਂ ਰਿਹਾ। ਜਿਹੜੀ ਇਹ ਗੱਲ ਮੈਂ ਕਰ ਰਿਹਾ ਸੀ ਕਿ ਜਿੱਥੇ ਥੋੜੀ ਦਿੱਕਤ ਹੈਗੀ ਆ ਉਹ ਇਹੀ ਹੈ ਫਾਈਨੈਂਸ਼ੀਅਲੀ ਜਿਹੜੀ ਇੰਨਾ ਮਤਲਬ ਕਮਜ਼ੋਰ ਕਰਦਾ ਨਾ ਸਟੇਟਾਂ ਨੂੰ, ਉਹਦੇ ਚ ਉਹਨਾਂ ਦੀ ਲੜਨ ਦੀ ਤਾਕਤ ਹੀ ਨਹੀਂ। ਮੰਤਰੀ ਆਪਣਾ ਇੰਦਰਵੀਰ ਜੀ ਗੱਲ ਇਹ ਇਹਨਾਂ ਦਾ ਇਹ ਕਹਿਣਾ ਹੈ ਵੀ ਇਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫੇ ਦੀ ਧਮਕੀ ਕਿਉਂ ਨਹੀਂ ਦਿੱਤੀ, ਅਸਤੀਫਾ ਦੇਣ ਤੱਕ ਕਿਉਂ ਨਹੀਂ ਗਏ? ਜੇ ਅਸਤੀਫਾ ਹੀ ਦੇ ਦਿੰਦੇ ਤਾਂ ਲੀਡਰ ਬਣ ਜਾਂਦੇ ਸ਼ਾਇਦ। ਬਿਲਕੁਲ, ਇਹਦੇ ਤੇ ਤਾਂ ਮੈਂ ਇਹ ਕਹਿੰਦਾ ਇਸ ਤੇ ਕਿਉਂ ਨਹੀਂ ਅੜੇ? ਇਹ ਇਹਨਾਂ ਦਾ ਸਵਾਲ ਹੈ। ਨਹੀਂ ਸਰ, ਵਾਟ ਇਜ਼ ਯਰ ਗਟ ਫੀਲਿੰਗ? ਅਮਰਿੰਦਰ ਨੋਜ਼ ਵੈਨ ਟੂ ਬਿਕਮ ਅ ਲੀਡਰ। ਉਹਨਾਂ ਨੂੰ ਪਤਾ ਹੈ ਵੀ ਕਿਸ ਵੇਲੇ ਇੰਨਾ ਵੱਡਾ ਪੰਗਾ ਲੈ ਲਈਦਾ ਤੇ SYL ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਪਾਸ ਕਰ ਦਿੱਤਾ 2004 ਚ ਕੀਤਾ ਉਹਨਾਂ ਨੇ। ਟਾਈਮਿੰਗ ਦੀ ਹੈ ਤੇ ਹੁਣ ਉਹਦਾ ਦੇ ਨੋ ਕਿ ਕਿਹੜੇ ਵੇਲੇ ਕਰਨਾ। ਅੱਜਕੱਲ ਰੰਗ ਬਦਲੇ ਆ ਮੇਰੀ ਸਰਕਾਰ ਕੇ। ਜਿਹੜੀ ਇਹ ਮੈਂ ਦੇਖੂੰਗਾ ਜਿਹੜੀ ਡਾਇਰੈਕਟ ਪੇਮੈਂਟ ਹੈਗੀ ਆ, ਜਿਹੜੀ ਕਣਕ ਦੀ ਜਾਂ ਝੋਨੇ ਦੀ ਜਿਹੜੀ ਡਾਇਰੈਕਟ ਪੇਮੈਂਟ ਆ ਉਹ ਇਮੋਸ਼ਨਲ ਜਾਂ ਇਮੋਟਿਵ ਇਸ਼ੂ ਨਹੀਂ ਹੈ, ਉਹ ਇੱਕ ਟੈਕਨੀਕਲ ਇਸ਼ੂ ਆ। ਉਹਦੇ ਤੇ ਇਹ ਵੀ ਗੱਲ ਜਿਹੜੀ
ਜਿਹੜੀ ਆੜਤੀਆਂ ਦੀ ਸਪੋਰਟ ਦੇ ਨਾਲ ਜਿਹੜੀ ਜਦੋਂ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਮਾਮਲੇ ਆਏ, ਹੁਣ ਅਸੀਂ ਬੇਸ਼ੱਕ ਆੜਤੀ ਇਹ ਸਪੋਰਟ ਕਰ ਰਿਹਾ ਕਿਸਾਨ ਅੰਦੋਲਨ ਨੂੰ, ਜਦੋਂ ਇਹ ਜਿਹੜੇ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਮਾਮਲੇ ਆਏ, ਇਸ਼ੂ ਦੀ ਮੈਰਿਟ ਜਾ ਹੀ ਨਹੀਂ ਰਿਹਾ। ਨਹੀਂ ਮੈਂ ਇੱਕ ਮਿੰਟ, ਉਦੋਂ ਜਿਹੜਾ ਨੈਰੇਟਿਵ ਉਦੋਂ ਹੋਇਆ ਸੀ, ਉਦੋਂ ਐਂਟੀ ਆੜਤੀਆ ਸੀ ਕਿ ਆੜਤੀਆ ਸੀ। ਔਰ ਪੰਜਾਬ ਦੇ ਵਿੱਚ ਜਿਹੜਾ ਛੋਟਾ ਕਿਸਾਨ ਆ, ਜਿਹੜੀ ਇਹ ਗੱਲ ਕੀਤੀ ਜਾਂਦੀ ਹੈ ਜੀ ਉਹ ATM ਆ ਫਲਾਨਾ ਤਿਮਕੜਾ, ਉਹ ATM ਵੀ ਜਿਹੜਾ ਆੜਤੀ ਉਹ ਵੱਡੇ ਕਿਸਾਨ ਦਾ ਹੀ ਹੈ, ਛੋਟੇ ਕਿਸਾਨ ਦਾ ATM ਆੜਤੀਆ ਨਹੀਂ ਹੈਗਾ। ਉੱਥੇ ਇੱਕ ਐਕਸਪਲੋਇਟਰ ਦੀ ਤੌਰ ਤੇ ਉਹ ਇਸੇ ਲਈ ਉੱਥੇ ਦਾ ਡਿਵੀਜ਼ਨ ਹੈ। ਜਿਹੜਾ SYL ਹੈ ਨਾ ਕਿ ਅਸੀਂ ਪੰਜਾਬ ਦਾ ਪਾਣੀ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਆ, ਉਹ ਆਲਰੇਡੀ ਜਿਹੜੀ ਪੰਜਾਬੀ ਸਾਈਕੀ ਦੇ ਵਿੱਚ ਚਾਹੇ ਕਿਸੇ ਵੀ ਤਬਕੇ ਨਾਲ ਹੋਵੇ ਉਹ ਤੁਹਾਡੇ ਸਾਈਕੀ ਦੇ ਵਿੱਚ ਜੁੜ ਚੁੱਕਿਆ। ਔਰ ਦੂਸਰੇ ਪਾਸੇ ਇਹ ਜਿਹੜੀ ਇਹ ਹੈਗੀ ਕਿਸਾਨਾਂ ਦਾ ਇਹ ਸਿਰਫ ਤੁਹਾਡੀ 22% ਪੋਪੂਲੇਸ਼ਨ ਦੇ ਨਾਲ ਰਿਲੇਟ ਕਰਦਾ। ਜਿਹੜਾ ਹੈਗਾ ਜਿਹੜੀ ਚੰਡੀਗੜ੍ਹ ਕੈਪੀਟਲ ਆ ਜਾਂ ਜਿਹੜਾ ਦਰਿਆਈ ਪਾਣੀ ਨੇ, ਉਹ ਸਾਰੀ ਪੋਪੂਲੇਸ਼ਨ ਨੂੰ ਇਫੈਕਟ ਕਰਦੇ ਆ। ਸੋ ਉੱਥੇ ਤੁਸੀਂ ਤੁਸੀਂ ਜ਼ਿਆਦਾ ਲੋਕਾਂ ਨੂੰ ਕਰਦੇ, ਬਿਲਕੁਲ ਠੀਕ ਕਰਦੇ। ਟਾਈਮਿੰਗ ਦੀ ਹੈ ਨਾ, ਕਿਹੜੇ ਵੇਲੇ ਕਿਹੜਾ। ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਤੁਸੀਂ ਇਹ ਠੀਕ ਕੀਤਾ ਕਿ ਹੀ ਨੋਜ਼, ਉਹਨੇ ਵੀ ਮੈਂ ਕਿਹੜੀ ਹੁਣ ਨਬਜ਼ ਤੇ pushes the right buttons, he pushes the right buttons। ਪਰ ਬਲੀ ਸਾਹਿਬ ਜਿਹੜਾ ਸਾਰਾ ਸ਼ਹਿਰੀ ਵਰਗ ਹੈ, ਮੁਲਾਜ਼ਮ ਨੇ, ਵਪਾਰੀ ਨੇ, ਇਹ ਨਹੀਂ ਹੋ ਸਕਦਾ ਕਿ ਅਸੀਂ ਇਹ ਮੰਨ ਕੇ ਚੱਲੀਏ ਕਿ BJP ਆਪਣਾ ਜਿਹੜਾ ਟਰਾਈਡ ਐਂਡ ਟੈਸਟਡ ਫਾਰਮੂਲਾ ਹੈ ਥੋੜਾ ਬਹੁਤ ਕਿਤੇ ਕਮਿਊਨਲ ਐਲੀਮੈਂਟ ਨੂੰ ਪਲੇ ਕਰਨ ਦਾ, ਉਹ ਪੰਜਾਬ ਦੇ ਵਿੱਚ ਨਹੀਂ ਕਰੇਗੀ। ਜਿਹੜੀ ਦਬੀ ਹੋਈ ਐਂਟੀਪੈਥੀ ਕੋਈ ਕਿਸਾਨ ਅੰਦੋਲਨ ਦੇ ਪ੍ਰਤੀ ਹੈਗੀ ਹੈ ਤੇ ਬਹੁਤ ਸਾਰੇ ਵੱਡੇ ਸ਼ਹਿਰੀ ਵਰਗ ਦੇ ਵਿੱਚ ਹੋ ਸਕਦੀ ਹੈ। ਫਿਰ ਇੱਕ ਕਿਆਸ ਰਾਈਆਂ ਹੋ ਰਹੀਆਂ ਕਿ ਇਜ਼ ਇਟ ਪੋਸੀਬਲ ਕਿ BJP ਤੇ ਬਸਪਾ ਦੀਆਂ ਕੋਈ ਇਕੁਏਸ਼ਨਸ ਡਰਾ ਹੋ ਜਾਣ, ਤੇ ਜੇ BJP ਬਸਪਾ ਇਕੁਏਸ਼ਨਸ ਡਰਾ ਹੁੰਦੀਆਂ ਨੇ ਤਾਂ ਇਹਦਾ ਫਾਇਦਾ ਕਿਹਨੂੰ ਹੋਵੇਗਾ? ਜੇ ਕੱਲ ਨੂੰ ਕੋਈ ਸਪਲਿੰਟਰ ਗਰੁੱਪ ਨੇ, ਮੰਨ ਲਓ ਆਮ ਆਦਮੀ ਪਾਰਟੀ ਆ, ਢੀਂਡਸਾ ਫੈਕਸ਼ਨ ਹੈ, ਕੋਈ ਹੋਰ ਸਪਲਿੰਟਰ ਗਰੁੱਪਸ ਨੇ, ਇਹ ਇਕੱਠੇ ਹੋ ਜਾਣ ਤੇ ਇਹ ਜਿਨ੍ਹਾਂ ਦੀਆਂ ਵੋਟਾਂ ਫਿਰ ਲੈ ਜਾਣਗੇ ਚੁੱਕ ਕੇ, ਤਾਂ ਇਹ ਤਾਂ ਨੁਕਸਾਨ ਅਕਾਲੀਆਂ ਦਾ ਹੋਵੇਗਾ। ਵੋਟਾਂ ਵੈਸੇ ਤਾਂ ਕਾਂਗਰਸੀਆਂ ਨੂੰ ਜਾਣੀਆਂ ਨਹੀਂ ਗਈਆਂ। ਸੋ ਮੇਬੀ ਕਾਂਗਰਸ ਦੀ ਗੇਮ ਇਹਦੇ ਵਿੱਚ ਬਣ ਜਾਵੇ ਕਿ ਇਹ ਸਪਲਿੰਟਰ ਗਰੁੱਪ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਕੁਝ ਕੁਝ ਵੋਟਾਂ ਐਂਟੀ ਅਕਾਲੀ ਵੋਟਾਂ ਇਹ ਲੈ ਜਾਣ। ਦੇਖੋ ਆਉਣ ਵਾਲੇ ਸਮੇਂ 'ਚ ਇਹ ਗੱਲ ਹੋ ਸਕਦੀ ਹੈ ਕਿ ਜੇ ਤੁਸੀਂ ਕਹਿੰਦੇ ਨਾ ਭਾਜਪਾ ਤੇ ਜਿਹੜੀ BSP ਜਾਂ ਦਲਿਤ ਜਿਹੜਾ ਫੈਕਸ਼ਨ ਹੈ ਉਹ ਇਕੱਠੇ ਹੋ ਸਕਦੇ ਨੇ ਜੀ, ਉਹਦੇ ਨਾਲ ਫਿਰ ਕਾਂਗਰਸ ਦਾ ਬਹੁਤ ਨੁਕਸਾਨ ਹੋਏਗਾ ਜੋ ਹੋ ਜਾਂਦਾ। ਕਿਉਂਕਿ ਜਿਹੜੀ ਜਿਹੜੀ ਮਰਜ ਹੋ ਰਹੀ ਹੈ ਹੁਣ ਆੜਤੀਆਂ ਵਾਲੀ ਚੀਜ਼, ਆੜਤੀਆਂ ਕੋਲੇ ਇੱਕ ਅਲਟਰਨੇਟਿਵ ਹੋਏਗਾ ਕਾਂਗਰਸ ਤੋਂ ਦੂਰ ਜਾਣ ਦਾ। ਕਾਂਗਰਸ ਕੋਲੇ ਭਾਜਪਾ ਆਪਣਾ ਆੜਤੀਆਂ ਕੋਲੇ ਭਾਜਪਾ ਪਾਰਟੀ ਹੋਏਗੀ ਤਾਂ ਉਹ ਸ਼ਹਿਰ ਦੇ ਸ਼ਹਿਰ ਉੱਧਰ ਉਲਟ ਸਕਦੇ ਨੇ। ਪਿਛਲੀ ਇਲੈਕਸ਼ਨ ਵਿੱਚ ਕੀ ਹੋਇਆ ਸੀ, ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਰਜ ਕਰ ਰਹੀ ਸੀ ਤਾਂ ਸਾਰੇ ਦੀ ਸਾਰੇ ਸ਼ਹਿਰੀ ਵਰਗ ਨੇ ਵੋਟ ਕਾਂਗਰਸ ਨੂੰ ਪਾਈ ਸੀ। ਅਦਰਵਾਈਜ਼ ਕਾਂਗਰਸ ਨੇ 77 ਸੀਟਾਂ ਜਿੱਤਣ ਦਾ ਕੋਈ ਸਕੋਪ ਨਹੀਂ ਸੀ। 78 ਸੀਟਾਂ ਪਹਿਲਾਂ ਕਦੇ ਕਾਂਗਰਸ ਨੇ ਹਾਲੇ ਤੱਕ ਜਿੱਤੀਆਂ ਨਹੀਂ ਇੰਨੀਆਂ। ਆਮ ਤੌਰ ਤੇ 67, 63, 64, 67 ਇੰਨਾ ਇੱਥੋਂ ਤੋਂ ਖੜ ਜਾਂਦਾ ਸਾਰਾ ਕੁਝ। ਕਿਉਂਕਿ ਸਾਰੀ ਜਦੋਂ ਪਤਾ ਲੱਗਿਆ, ਜਦੋਂ ਭਾਜਪਾ ਨੂੰ ਪਤਾ ਲੱਗਿਆ ਕਿ ਇੱਕ ਆਮ ਆਦਮੀ ਪਾਰਟੀ ਦੀ ਇਮਰਜੈਂਸ ਹੋ ਰਹੀ ਹੈ ਤਾਂ ਸਾਰੀ ਵੋਟ ਸ਼ਹਿਰੀ ਵੋਟ ਕਾਂਗਰਸ ਵੱਲ ਟਿਲਟ ਹੋ ਗਈ। ਨਹੀਂ ਉਹਨਾਂ ਦੇ ਸਰ ਉਹ ਕੀ ਨਾਮ ਹੈ ਜਿਹੜਾ ਉਹਨਾਂ ਦਾ ਸੰਗਠਨ ਮੰਤਰੀ ਹੈ BJP ਦਾ, ਉਹਨੇ ਸਾਡੇ ਨਾਲ ਹੀ ਇੰਟਰਵਿਊ ਦੇ ਵਿੱਚ ਬਹੁਤ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਨੂੰ ਦਲਿਤ ਚੀਫ ਮਿਨਿਸਟਰ ਕਿਉਂ ਨਹੀਂ ਮਿਲ ਸਕਦਾ। ਤੋ ਜਿਹੜੇ ਇਹ ਮਰਜ ਇੱਕ ਨਵੀਂ ਅੰਦਰੋਂ ਅੰਦਰੀ BJP ਕਰ ਰਹੀ ਹੈ ਪੇਂਟ ਅੰਦਰੋਂ ਅੰਦਰੀ ਪ੍ਰਚਾਰ ਸ਼ੁਰੂ ਹੋ ਗਿਆ। ਵਿਜੇ ਸੰਪਲਾਰਾ ਨੂੰ ਖੜਾ ਕੀਤਾ ਜਾ ਰਿਹਾ ਹੈ। देयर ਮਾਈਟ ਬੀ ਅ ਸਿੱਖ ਦਲਿਤ ਫੇਸ ਆਲਸੋ। ਅੰਦਰੋਂ ਅੰਦਰੀ ਪ੍ਰਚਾਰ ਸ਼ੁਰੂ ਹੋ ਗਿਆ ਹੈ ਬਕਾਇਦਾ ਇਸ ਗੱਲ ਦਾ ਕਿ ਦਲਿਤ ਪਾਪੂਲੇਸ਼ਨ 35% ਹੈ ਜੀ, 34% ਹੈ, ਇਸ ਕਰਕੇ ਦਲਿਤਾਂ ਦਾ ਵੀ ਕਹਿੰਦਾ ਹਿੱਸਾ ਬਣਦਾ ਹੈਗਾ। ਚੱਲਦਾ ਹੈ ਕੰਮ, ਚੱਲਦਾ। ਹਰਿਆਣੇ ਬਹੁਤ ਸਾਰੀਆਂ ਖਬਰਾਂ ਹਰਿਆਣੇ 'ਚ ਉਹਨਾਂ ਨੇ ਗੈਰ ਜਾਟ ਸਾਰੇ ਇਕੱਠੇ ਕਰਕੇ ਜੀ ਤੇ ਉਹ ਨਵਾਂ ਐਕਸਪੈਰੀਮੈਂਟ ਕੀਤਾ ਸੀ ਤਾਂ ਕਾਮਯਾਬ ਹੋ ਗਈ ਸੀ ਉਹ ਹਰਿਆਣੇ 'ਚ। ਇਹ ਨਹੀਂ ਕਿ ਮੈਂ ਹਰਿਆਣਾ ਪੰਜਾਬ ਹੈ, ਬਿਲਕੁਲ, ਪਰ ਉਹਨਾਂ ਨੇ ਉੱਥੇ ਕੀਤਾ ਸੀ ਨਾ JJP ਵਾਲਾ ਜਿਹੜਾ ਐਕਸਪੈਰੀਮੈਂਟ। ਨਹੀਂ ਜਾਟ ਤੇ ਵਰਸਸ ਜਾਟ ਵਾਲਾ। ਹਾਂ ਅੱਗੇ ਜਾਟ ਹੈ, ਮੇਰਾ ਜਾਟ ਹੀ ਚੀਫ ਮਿਨਿਸਟਰ ਬਣਦਾ, ਜਾਟ ਹੀ ਸਾਰੇ ਇਕੱਠੇ ਹੁੰਦੇ। ਨਹੀਂ ਐਕਸਪੈਰੀਮੈਂਟ ਤਾਂ ਸਾਡੇ ਵੀ ਬੜੇ ਇੰਟਰਸਟਿੰਗ ਹੋਏ ਨੇ। ਕਿਸੇ ਜ਼ਮਾਨੇ ਯਾਦ ਹੈ ਤੁਹਾਨੂੰ ਇੱਕ ਅਕਾਲੀ ਦਲ ਤੇ ਬਸਪਾ ਦਾ ਬੜਾ ਅਜੀਬ ਲੱਗਦਾ ਸੀ ਕਿ ਲੈਂਡਲੋਰਡ ਤੇ ਲੈਂਡਲੈਸ ਦਾ ਆਪਸ ਵਿੱਚ ਅਲਾਈਅੰਸ ਹੋ ਰਿਹਾ, ਬਟ ਵੀ ਹੈਵ ਸੀਨ ਦਿਸ। ਨਹੀਂ ਹੁਣ ਇਸ ਵੇਲੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਪ੍ਰੀ ਪੋਲ ਅਲਾਈਅੰਸ ਵੀ ਕੋਈ ਹੋਰ ਨਵੇਂ ਹੋ ਸਕਦੇ ਆ ਤੇ ਉਹਦਾ ਪੋਸਟ ਪੋਲ ਅਲਾਈਅੰਸ ਵੀ। ਦੈਟਸ ਇੰਟਰਸਟਿੰਗ, ਦੈਟਸ ਇੰਟਰਸਟਿੰਗ। ਇਹਦੇ ਬਾਰੇ ਗੱਲ ਕਰਾਂਗੇ ਕਿ ਇੱਕ ਵਾਰੀ ਤੁਸੀਂ ਵੋਟਾਂ ਪਾ ਦਿਓ, ਚੋਣਾਂ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਬੈਠੀਏ ਪੁੱਛਣ ਲਈ ਵੀ ਹੁਣ ਦੱਸੋ ਜੀ ਵੋਟਾਂ ਕਿੱਧਰ ਨੂੰ ਭੇਜਣੀਆਂ ਨੇ। ਵਿਲ ਟਾਕ ਅਬਾਊਟ ਦਿਸ ਆਫਟਰ ਦਿਸ। ਕਿਉਂਕਿ ਜਿਹੜੀ ਗੱਲ ਆਈਡੀਓਲੋਜੀ ਤਾਂ ਹੈ ਹੀ ਨਹੀਂ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਗਰਮਾ ਗਰਮ ਚਰਚਾ ਵੈਸੇ ਬ੍ਰੇਕ ਦੇ ਵਿੱਚ ਵੀ ਸਾਡੇ ਜਾਰੀ ਰਹਿੰਦੀ ਹੁੰਦੀ ਹੈ। ਬੱਲੀ ਸਾਹਿਬ ਇਹ ਦੱਸੋ ਕਿ ਇੱਕ ਤਾਂ ਤੁਸੀਂ ਕਿਹਾ ਕਿ ਜੇ ਇਹ ਬਸਪਾ ਪਲੱਸ BJP ਅਲਾਈਅੰਸ ਹੋ ਜਾਂਦਾ ਤਾਂ ਕਿਹਦਾ ਫਾਇਦਾ,
ਮੈਂ ਪੁੱਛ ਰਿਹਾ ਜੇ ਅਕਾਲੀ ਪਲੱਸ ਬੀਐਸਪੀ ਅਲਾਈਅੰਸ ਹੋ ਜਾਂਦਾ, ਅਕਾਲੀਆਂ ਕੋਲ ਸੀਟਾਂ ਵੀ ਅੱਜ ਕੱਲ੍ਹ ਹੈਗੀਆਂ ਦੇਣ ਲਈ ਕਾਫੀ, 23 ਤਾਂ ਹੈਗੀਆਂ ਹੀ ਨੇ, 23 ਤਾਂ ਹੈਗੀਆਂ ਬੀਜੇਪੀ ਵਾਲੀਆਂ ਦੇਣ ਲਈ। ਵੈਸੇ ਇਹ ਐਡਵਾਂਟੇਜ ਤਾਂ ਬੀਜੇਪੀ ਨੂੰ ਵੀ ਹੈਗਾ, ਉਹਨਾਂ ਕੋਲ 94 ਹੈਗੀਆਂ। ਹਾਊ ਵਿਲ ਇਟ ਪਲੇ ਆਊਟ? ਕੈਨ ਯੂ ਇਮੇਜਿਨ ਕਿ ਅਕਾਲੀ ਬਸਪਾ ਅਲਾਈਅੰਸ? ਹਾਂ ਬਿਲਕੁਲ ਹੋ ਸਕਦਾ, ਕੁਝ ਵੀ ਪੋਸੀਬਲ ਹੈ, ਇਹ ਗੱਲਾਂ ਵੀ ਚੱਲਦੀਆਂ ਰਹੀਆਂ ਪਿੱਛੇ। ਨਹੀਂ, ਮੇਰਾ ਸਵਾਲ ਵੀ ਉਹ ਕੁਝ ਵੀ ਪੋਸੀਬਲ ਆ ਰਹੀ ਟਰਮ ਵਿੱਚੋਂ ਆ ਰਿਹਾ। ਪਹਿਲਾਂ ਹੋਇਆ ਵੀ ਹੈ, ਆਸ਼ੀਰਾਂ ਵੇਲੇ ਹੋਇਆ ਵੀ ਹੈ। ਤੇ ਦੂਸਰਾ ਇਹ ਹੈਗਾ ਕਿ ਬੇਸ਼ੱਕ ਮਾਰਜਨਲਾਈਜ਼ਡ ਹੈਗੀ ਬੀਐਸਪੀ, ਪਹਿਲਾਂ ਨਾਲੋਂ ਉਹਦਾ ਜਿਹੜਾ ਵੋਟ ਬੈਂਕ ਜਿਹੜਾ ਕੰਸੋਲੀਡੇਟ ਬਹੁਤ ਉਸ ਤਰ੍ਹਾਂ ਦਾ ਔਰਾ ਨਹੀਂ ਰਿਹਾ ਉਹਨਾਂ ਦਾ, ਪਰ ਫਿਰ ਵੀ 5-6% ਵੋਟ ਬੈਂਕ ਤਾਂ ਉਹ ਹੁੰਦਾ ਹੀ ਹੈ ਉਹਨਾਂ ਦਾ ਮਤਲਬ, ਤੇ ਉਹ ਵੀ ਹੋ ਸਕਦਾ। ਸੋ ਉਹ ਵੀ ਵਾਇਬਲ ਹੈਗਾ, ਪਿੱਛੇ ਗੱਲਾਂ ਵੀ ਚੱਲਦੀਆਂ ਰਹੀਆਂ, ਕੋਸ਼ਿਸ਼ਾਂ ਵੀ ਹੁੰਦੀਆਂ ਰਹੇ, ਹੋ ਵੀ ਸਕਦਾ, ਕੋਈ ਐਡੀ ਗੱਲ ਨਹੀਂ ਹੈ। ਦੂਸਰੀ ਗੱਲ ਜਿਹੜੀ ਇਹ ਹੈਗੀ ਨਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਕਿਸੇ ਨਾਲ ਅਲਾਇੰਸ ਕਰ ਸਕਦੀ ਹੈ, ਬਲਕਿ ਕਹਿਣ ਨੂੰ ਤਾਂ ਕੋਈ ਜਾਂਦੇ ਆ ਉਹ, ਪਰ ਚੋਣਾਂ ਵੇਲੇ ਉਹ ਭਾਵੇਂ ਚੁੱਪ ਚਪੀਤੇ ਭਾਵੇਂ ਸ਼ਰੇਆਮ ਕਿਸੇ ਨੇ ਕਰ ਸਕਦੇ ਆ। ਪੋਸਟ ਪੋਲ ਜਿਹੜੇ ਅਲਾਈਅੰਸ ਉਹਦੇ ਹਿਸਾਬ ਨਾਲ ਵੀ ਕਰ ਸਕਦੇ। ਆਮ ਆਦਮੀ ਪਾਰਟੀ ਦਾ ਢੀਂਡਸਾ ਸਾਹਿਬ ਦੇ ਆਉਣ ਨਾਲ ਬੇਸਿਕ ਗਰਾਊਂਡਸ ਕੀ ਹੈਗਾ? ਢੀਂਡਸਾ ਸਾਹਿਬ ਦਾ ਆਪਣਾ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਬਾਅਦ ਬ੍ਰਾਈਟ ਚਾਂਸ ਹੈ, ਨਹੀਂ ਬਸਪਾ ਦੇ ਬ੍ਰਾਈਟ ਚਾਂਸ ਹੈ ਕਿ ਉਹ ਇਸ ਗਰੁੱਪ ਨਾਲ ਆ ਜਾਏ, ਬਹੁਤ ਜ਼ਿਆਦਾ, ਮਤਲਬ ਬਹੁਤ ਜ਼ਿਆਦਾ ਚਾਂਸ ਬਣ ਸਕਦੇ ਨੇ ਆਉਣ ਵਾਲੇ ਸਮੇਂ 'ਚ। ਇੱਕ ਇਸ ਤਰ੍ਹਾਂ ਦਾ ਕੰਬੀਨੇਸ਼ਨ ਬਣ ਸਕਦਾ ਵੀ ਉਹ ਢੀਂਡਸਾ ਸਾਹਿਬ ਦਾ ਲੋਕਤੰਤਰ ਗਰੁੱਪ ਹੋ ਜਾਏ, ਆਮ ਆਦਮੀ ਪਾਰਟੀ ਹੋ ਜਾਏ ਤੇ ਉਧਰ ਇੱਕ ਪਾਸੇ ਬਸਪਾ ਹੋ ਜਾਏ। ਸੋ ਵਾਟ ਯੂ ਆਰ ਆਲਸੋ ਸੇਇੰਗ ਇਜ਼ ਕਿ ਇਹਦਾ ਮਤਲਬ ਆਮ ਆਦਮੀ ਪਾਰਟੀ ਨੇ ਕੁਝ ਬੈਟਰ ਲੈਸਨ ਸਿੱਖ ਰਹੇ ਨੇ ਵੀ ਪਾਰਟੀ ਹੁਣ ਪੰਜਾਬ ਦੇ ਵਿੱਚ ਆਪਣਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਰਾਹੀਂ ਨਹੀਂ ਚੱਲਦੀ ਹੁੰਦੀ। ਇੱਕ ਹੋਰ ਵੀ ਪਾਠਕ ਆਏ ਹੋਏ ਨੇ ਅੱਜ ਕੱਲ੍ਹ, ਮੈਨੂੰ ਲੱਗਦਾ ਸਿੱਖਿਆ ਚੁੱਕਾ ਕੁਝ ਨਹੀਂ ਹੁੰਦਾ, ਸਿੱਖਿਆ ਚੁੱਕਾ ਕੁਝ ਨਹੀਂ, ਜੋ ਉਹਦੇ ਕੀਤਾ, ਜੋ ਉਸ ਦਿਨ ਕੀਤਾ ਮੀਟਿੰਗ ਤੋਂ ਬਾਅਦ, ਉਹ ਤਾਂ ਲੱਗਦਾ ਵੀ ਸਿੱਖਿਆ ਕੁਝ ਨਹੀਂ ਉਹਨਾਂ ਨੇ, ਜਾਂ ਤਾਂ ਸਿੱਖਿਆ ਨਹੀਂ ਜਾਂ ਉਹਨਾਂ ਦੇ ਅੰਦਰ ਜਿਹੜੀ ਖਿੱਚੋ ਤਾੜ ਹੈ, ਇੱਕ ਧੜਾ ਕੋਈ ਕਿੱਧਰ ਨੂੰ ਜਾਂਦਾ ਉਹ ਹੱਥ ਵਿੱਚ, ਦੂਜਾ ਧੜਾ ਨੂੰ ਡਿਸਰਪਟ ਕਰਦਾ। ਐਸਪੀ ਦੀ ਗੱਲ ਸੁਣੋ, ਇਹ ਵੀ ਹੋ ਸਕਦਾ। ਐਸਪੀ ਦੀ ਗੱਲ ਸੁਣੋ ਤੁਸੀਂ ਬਾਲੀ ਜੀ, ਦੇਖੋ ਜਦੋਂ ਢੀਂਡਸਾ ਸਾਹਿਬ ਦੀ ਗੱਲ ਬਾਹਰ ਆ ਗਈ ਵੀ ਸਮਝੌਤਾ ਹੋ ਗਿਆ, ਨਾਲ ਦੀ ਨਾਲ ਹੀ ਸ਼ਾਮ ਨੂੰ ਬਿਆਨ ਆਉਣੇ ਸ਼ੁਰੂ ਹੋ ਗਏ ਵੀ ਜਾਂ ਤਾਂ ਮਰਜਰ ਹੋਏਗੀ ਜੀ ਜਾਂ ਅਲਾਇੰਸ ਦਾ ਹੋਏਗਾ। ਹਲਕ ਚ ਫਾਨਾ ਇਹਦਾ ਮਤਲਬ ਆਮ ਆਦਮੀ ਪਾਰਟੀ ਵੀ ਕਿਤੇ ਤਿੜਕ ਰਹੀ ਅੰਦਰੋਂ ਇਸ ਇਸ਼ੂ ਤੇ। ਸਰਬਜੀਤ ਪੰਦੇਰ, ਵਾਟ ਆਰ ਵੀ ਡੂਇੰਗ? ਇਹ ਨਾ ਵੈਸੇ ਸਿਚੁਏਸ਼ਨ ਇੰਨੀ ਫਲੂਇਡ ਹੈ, ਪੇਪਰ ਹੈਗਾ ਅਜੇ ਬੜੀ ਦੂਰ ਅਸਲ ਵਿੱਚ, ਜਿਹੜੀ ਨਹੀਂ ਉਹਦਾ ਕਾਰਨ ਜਿਹੜਾ ਇਹਨੇ ਕਹੀ ਹੈ ਨਾ ਵੀ ਆਈਡੀਓਲੋਜੀ ਕੋਈ ਨਹੀਂ ਰਹੀ। ਆਈਡੀਓਲੋਜੀ ਕੀ ਹੈ? ਪਾਵਰ। ਜਿਹਦੇ ਕੋਲ ਪਾਵਰ ਆ ਗਈ ਉਹ ਬਰਕਰਾਰ ਕਿਵੇਂ ਰੱਖਣੀ ਹੈ ਤੇ ਅਗਲੇ ਵਾਸਤੇ ਤਿਆਰੀ ਕਿਵੇਂ ਕਰਨੀ ਹੈ, ਜਿਹੜੇ ਕੋਲ ਨਹੀਂ ਆਈ ਲੈਣੀ ਕਿਵੇਂ ਹੈ, ਇੱਕੋ ਹੀ ਆਈਡੀਓਲੋਜੀ ਹੈ। ਇਸ ਕਰਕੇ ਸਾਰਾ ਸੋ ਸਰਬਜੀਤ, ਕੀ ਇਸੇ ਟੋਨ ਦੇ ਵਿੱਚ ਗੱਲਾਂ ਹੋਣਗੀਆਂ ਐਜ਼ ਵੀ ਮੂਵ ਟੁਵਰਡਸ ਇਲੈਕਸ਼ਨ? ਕਿਸਾਨ ਅੰਦੋਲਨ ਨੇ ਬਹੁਤ ਹੱਦ ਤੱਕ ਗੱਲਾਂ ਨੂੰ ਇਸ਼ੂਜ਼ ਤੇ ਲਿਆਂਦਾ ਸੀ। ਗੱਲ 3 ਖੇਤੀ ਬਿੱਲਾਂ ਦੀ ਸੀ, ਉੱਥੇ ਗੱਲ ਸਰਕਾਰ ਸਕੂਲਾਂ ਚੋਂ ਕਿੱਦਾਂ ਭੱਜੀ ਹੈ, ਸਰਕਾਰ ਸਿੱਖਿਆ ਚੋਂ ਭੱਜੀ ਹੈ, ਸਿਹਤ ਚੋਂ ਭੱਜੀ ਹੈ, ਤਮਾਮ ਕਿਸਮ ਦੀਆਂ ਗੱਲਾਂ ਹੋ ਰਹੀਆਂ, ਹਿਊਮਨ ਰਾਈਟਸ ਦੀਆਂ ਗੱਲਾਂ ਹੋ ਰਹੀਆਂ ਨੇ। ਭਾਜਪਾ ਨੇ ਪੂਰੇ ਦੇਸ਼ ਦੇ ਵਿੱਚ ਇੱਕ ਪੋਲਰਾਈਜੇਸ਼ਨ ਕਿਵੇਂ ਕੀਤੀ ਹੈ, ਕਿਸਾਨੀ ਸਟੇਜ ਤੋਂ ਇਹ ਗੱਲ ਹੋ ਰਹੀ ਹੈ। ਕੀ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹੀ ਰਹਾਂਗੇ ਕਿ ਇਹ ਵੋਟਿੰਗ ਦੇ ਮੁੱਦੇ ਬਣਨਗੇ ਕਿ ਇੰਨੇ ਸਾਲਾਂ ਬਾਅਦ ਪੰਜਾਬ ਦੀ ਕੋਈ ਐਗਰੀਕਲਚਰ ਪਾਲਿਸੀ ਹੈ ਨਹੀਂ? ਕਿ ਜੇ ਐਗਰੀਕਲਚਰ ਹੀ ਮੇਨ ਮੁੱਦਾ ਹੈ ਤਾਂ ਕੀ ਲੋਕੀ ਇਹ ਦੇਖਣਗੇ ਕਿ ਤੁਹਾਡੇ ਕੋਲ 900-950 ਐਗਰੀਕਲਚਰ ਡਿਵੈਲਪਮੈਂਟ ਅਫਸਰ ਦੀਆਂ ਪੋਸਟਾਂ ਨੇ ਜਿਹਦੇ 'ਚ ਉਹਦੀਆਂ ਖਾਲੀ ਨੇ, ਤੁਹਾਡੇ ਕੋਲ ਜਿਹੜੀਆਂ ਬਲਾਕ ਐਗਰੀਕਲਚਰ ਦੀਆਂ ਪੋਸਟਾਂ ਨੇ ਉਹਦੇ 'ਚ ਉਹਦੀਆਂ ਖਾਲੀ ਨੇ, ਜਾਂ ਕਿਵੇਂ ਸਾਡੀ ਪੁਲਿਸ ਜਿਹੜੀ ਹੈ ਉਹ ਪਿਆਰ ਮੁਹੱਬਤ ਵੰਡਦੀ ਹੈ ਲੋਕਾਂ ਨੂੰ ਸੜਕਾਂ ਦੇ ਉੱਤੇ? ਮੈਨੂੰ ਦਿਨ ਨਹੀਂ ਭੁੱਲਦਾ ਵੀ ਅਧਿਆਪਕਾਂ ਦੇ ਉੱਤੇ ਲਾਠੀਚਾਰਜ ਹੋਵੇ ਪਟਿਆਲੇ 'ਚ ਤੇ ਅਧਿਆਪਕ ਨਹਿਰ 'ਚ ਛਾਲਾਂ ਮਾਰ ਰਹੇ ਹੋਣ, ਉਹ ਕਿਸੇ ਨੂੰ ਦਿਨ ਭੁੱਲ ਜਾਣਗੇ? ਜਾਂ ਕਰੋਨਾ ਵੇਲੇ ਜੋ ਕੁਝ ਹੋਇਆ, ਜਾਂ ਕਰੋਨਾ ਨੇ ਸਾਡੀਆਂ ਸਿਹਤ ਸੇਵਾਵਾਂ ਦਾ ਜੋ ਹਾਲ ਨੰਗਾ ਚਿੱਠਾ ਖੋਲ ਕੇ ਸਾਡਾ ਐਕਸਰੇ ਕਰਕੇ ਸਾਹਮਣੇ ਰੱਖ ਦਿੱਤਾ ਹੈ। ਵਿਲ ਦੋਜ਼ ਵੀ ਪੋਲੀਟੀਕਲ ਇਸ਼ੂਜ਼ ਕੇ ਵਿਲ ਦੀਜ਼ ਵੀ ਪੋਲੀਟੀਕਲ ਇਸ਼ੂਜ਼ ਕੇ ਕਿਹੜਾ ਕਿਸ ਨਾਲ ਰਲ ਗਿਆ, ਕਿਹੜੇ ਕਿਹੜੀ ਇਕੁਏਸ਼ਨ ਬਣਾ ਲਈ, ਕਿਹੜਾ ਬਸਪਾ ਨੂੰ ਨਾਲ ਕਿਹੜਾ ਲੈ ਗਿਆ, ਇਹਦੇ ਬੇਸਿਸ ਤੇ ਇਲੈਕਸ਼ਨਾਂ ਹੋ ਜਾਣਗੀਆਂ। ਇੱਕ ਤਾਂ ਪਹਿਲੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਆਈਡੀਓਲੋਜੀ ਦੀ, ਵੀ ਐਤਕੀ ਆਈਡੀਓਲੋਜੀ ਨਹੀਂ ਰਹੀ। ਆਈਡੀਓਲੋਜੀ ਬੜੀ ਦੇਰ ਦੀ ਗਾਇਬ ਹੋਈ ਹੈ ਕਿਉਂਕਿ ਜੇ ਤੁਸੀਂ ਗੱਲ ਕਰੋ ਨਾ ਜੀ, ਆਪਾਂ ਜਦੋਂ ਇਲੈਕਸ਼ਨਸ ਹੋਣੀਆਂ ਨੇ ਵੀ ਤੁਸੀਂ ਕੈਂਡੀਡੇਟ ਕਿਹਨੂੰ ਬਣਾਉਣਾ, ਤੇ ਸਾਰੀਆਂ ਪਾਰਟੀਆਂ ਦੇ ਚ ਇੱਕ ਆਵਾਜ਼ ਆਉਂਦੀ ਹੈ ਵੀ ਵਿਨੇਬਿਲਿਟੀ ਦੇਖ ਕੇ। ਹਾਂਜੀ, ਜਿਹੜੀ ਪਾਰਟੀ ਦਾ ਪ੍ਰੋਗਰਾਮ ਹੁੰਦਾ ਉਹ ਤਾਂ ਬਿਲਕੁਲ ਨਹੀਂ ਹੁੰਦਾ। ਦੂਸਰਾ ਜਦੋਂ ਸਰਕਾਰ ਹਾਰ ਜਾਂਦੀ ਹੈ ਉਹ ਜੀ ਐਂਟੀ ਇਨਕੰਬੈਂਸੀ ਦਾ ਲਾ ਕੇ, ਜੀ ਐਂਟੀ ਇਨਕੰਬੈਂਸੀ ਸਾਡੇ ਖਿਲਾਫ ਚੱਲ ਗਈ, ਉਹਦਾ ਉਹ ਬਹਾਨਾ ਲਾ ਕੇ ਪੱਲਾ ਝਾੜ ਜਾਂਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਜਿਹੜੇ ਮੁੱਦਿਆਂ ਦੀ ਮੈਂ ਗੱਲ ਕਰ ਰਿਹਾ, ਉਹ ਇਹ ਸਾਰੇ ਮੁੱਦੇ ਜਿਹੜੇ ਹੈ ਔਰ ਇਹਨਾਂ ਦੇ ਨਾਲ ਇਮੋਸ਼ਨਲ ਕੋਈ ਜਿਹੜਾ ਹੈਗਾ ਜੋੜ ਕੇ ਇੱਕ ਐਸਪੈਕਟ ਜਾਂ ਕੋਈ ਇਮੋਸ਼ਨਲ
ਮੁੱਦਾ ਜੋੜ ਕੇ ਕਿਹੜੀ ਪਾਰਟੀ ਜਾਂ ਕਿਹੜਾ ਅਲਾਈਅੰਸ ਚੋਣਾ ਚਾਹੂਗਾ, ਉਹਦੀ ਐਕਸੈਪਟੇਬਿਲਿਟੀ ਫਿਰ ਪਰਸੈਪਸ਼ਨ ਦੇ ਵਿੱਚ ਹੁੰਦੀ ਹੈ ਜਾਂ ਉਸੇ ਕਿਉਂਕਿ ਇਹ ਸਾਰੀ ਹੁਣ ਆਈਡੀਓਲੋਜੀ ਜਾਂ ਪ੍ਰੋਗਰਾਮ ਨਹੀਂ ਚੱਲਦੇ, ਇਸੇ ਲਈ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕਾਂ ਦੀ ਜਗ੍ਹਾ ਬਣਦੀ। ਮੈਨੇਜਰਾਂ ਦਾ ਰੋਲ ਆ ਜਾਂਦਾ, ਕੈਨ ਯੂ ਵਿਨ ਵਿਦ ਇੱਕ ਪ੍ਰਸ਼ਾਂਤ ਕਿਸ਼ੋਰ ਤੇ ਇੱਕ ਲੈਪਟਾਪ ਨਾਲ ਤੁਸੀਂ ਇਲੈਕਸ਼ਨਾਂ ਜਿੱਤੇ। ਮੈਨੇਜਰਾਂ ਦਾ ਰੋਲ ਆ ਜਾਂਦਾ ਨਾ, ਮੈਨੇਜਰਾਂ ਦਾ। ਹਾਂਜੀ, ਔਰ ਇਹਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ TN ਸੈਸ਼ਨ ਨੇ ਨੁਕਸਾਨ ਕੀਤਾ ਟੋਟਲ ਇਲੈਕਸ਼ਨੀਅਰਿੰਗ ਦਾ, ਤੁਸੀਂ ਜਿਹੜੀ ਹੈਗੀ ਆ ਬਈ ਉਹਦੇ ਖਰਚੇ ਹੀ ਬੰਦ ਕਰ ਦਿਓ, ਤੁਸੀਂ ਖਰਚਣਾ ਹੀ ਨਹੀਂ, ਉਹ ਲੋਕੀ ਫਿਰ ਇਧਰਲੇ ਪਾਸੇ ਦੂਸਰੇ ਪਾਸੇ, ਉਹ ਇਲੈਕਸ਼ਨੀਅਰਿੰਗ ਹੁੰਦੀ ਹੋਈ ਨਹੀਂ। ਥੋੜੇ ਦਿਨਾਂ ਲਈ ਡੈਮੋਕ੍ਰੇਸੀ ਆ ਜਾਂਦੀ ਸੀ, ਹੁਣ ਉਹ ਵੀ ਨਹੀਂ ਆਉਂਦੀ। ਨਹੀਂ, ਇਲੈਕਸ਼ਨੀਅਰਿੰਗ ਹੁੰਦੀ ਹੋਈ ਨਹੀਂ। ਅੱਛਾ, ਉਹ ਜਿਹੜੀ ਹੈਗੀ ਆ ਫਿਰ TN ਸੈਸ਼ਨ ਦੇ ਬਾਅਦ ਚ ਆਹੀ ਆ ਫੇਕ ਨਿਊਜ਼ ਵਾਲਾ ਕੰਮ ਸ਼ੁਰੂ ਹੋ ਗਿਆ ਸਾਰੇ ਪਾਸੇ ਦਾ। ਉਹ ਜਿਹੜਾ ਕੰਮ ਇਨਕਮ ਟੈਕਸ ਮਹਿਕਮੇ ਦਾ ਸੀ ਉਹ TN ਸੈਸ਼ਨ ਨੇ ਲੈ ਲਿਆ। ਸੋ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਵੀ ਨੇ ਜਿਹੜੀਆਂ ਸਰਕਾਰ ਦੀਆਂ ਨੇ, ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਇਨਕਮ ਟੈਕਸ ਦਾ ਕੰਮ ਕਰ ਲੈਂਦਾ, ਜਿਹੜੀ ਜੁਡੀਸ਼ਰੀ ਆ ਉਹ ਲੈਜਿਸਲੇਚਰ ਦਾ ਕੰਮ ਲੈ ਲੈਂਦੀ ਹੈ। ਲੈਜਿਸਲੇਚਰ ਕਹਿੰਦੀ ਜੀ ਐਗਜ਼ੈਕਟਿਵ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਵਾਂਗੇ, ਐਗਜ਼ੈਕਟਿਵ ਕਹਿੰਦੀ ਚੰਗਾ ਜਿਵੇਂ ਚੱਲੂਗਾ। ਸੋ ਇਹ ਜਿਹੜਾ ਸਾਰੇ ਮੁੱਦੇ ਨੇ, ਇਹ ਜਿਹੜਾ ਟੋਟਲ ਸਿਸਟਮ ਦਾ ਕਲੈਪਸ ਆ, ਇਹਦੇ ਵਿੱਚੋਂ ਹੀ ਜਿਹੜਾ ਤੁਹਾਡਾ ਕਿਸਾਨ ਅੰਦੋਲਨ ਇਸ ਵੇਲੇ ਖੜਾ ਹੋਇਆ। ਮੈਂ ਇਹ ਨਹੀਂ ਕਹਿੰਦਾ ਕਿ ਆਉਣ ਵਾਲੀ ਜਿਹੜੀ 2022 ਵਾਲੀ ਇਲੈਕਸ਼ਨ ਜਿਹੜੀ ਹੈ ਉਹਨੂੰ ਸਿੱਧੀ ਤਰ੍ਹਾਂ ਪ੍ਰਭਾਵਿਤ ਕਰੂਗਾ, ਬਟ ਵੀ ਆਰ ਮੂਵਿੰਗ ਟੁਵਰਡਸ ਅ ਚੈਲੰਜ। ਹਾਂਜੀ, ਔਰ ਲੇਕਿਨ ਜਿਹੜੀ ਹੈਗੀ ਨੀ ਉਸਨੇ ਜਿਸ ਤਰ੍ਹਾਂ ਜਿਹੜੇ ਸਰਦਾਰ ਅਜੀਤ ਸਿੰਘ ਨੇ 1907 ਦੇ ਮੋਰਚੇ ਦੇ ਨਾਲ ਨੀ ਰੱਖ ਦਿੱਤੀ ਸੀ ਵੀ ਕਿਸਾਨਾਂ ਦੀ ਟੋਟਲ, ਫਿਰ ਬਾਅਦ ਚੋਂ 1947 ਤੱਕ ਗਈ, ਉਹਨਾਂ ਟਾਈਮ ਬੇਸ਼ੱਕ ਨਾ ਲੱਗੇ, ਬਟ ਇਹਦੇ ਵਿੱਚ ਅਸੀਂ ਉਸ ਪਾਸੇ ਨੂੰ ਇੱਕ ਵਾਰੀ ਫੇਰ ਜਦੋਂ ਇੱਕ ਸਦੀ ਦੇ ਬਾਅਦ ਵਾਪਸ ਅਸੀਂ ਉੱਥੇ ਹੀ ਫੇਰ ਆ ਕੇ ਖੜੇ ਹੋਏ ਹਾਂ, ਸ਼ਾਇਦ ਇੱਕ ਨਵੀਂ ਡਾਇਰੈਕਸ਼ਨ ਵੱਲ। ਮੈਂ ਇੱਕ ਜਵਾਬ ਦੇਣਾ ਚਾਹੁੰਦਾ ਸਰ, ਤੁਸੀਂ ਜਿਹੜਾ ਸਰ ਨੂੰ ਪੁੱਛਿਆ ਸੀਗਾ ਕਿ ਵੀ ਸਾਡੇ ਕੋਲ ਐਗਰੀਕਲਚਰ ਪਾਲਿਸੀ ਤੱਕ ਨਹੀਂ ਹੈ ਔਰ ਅਸੀਂ ਇੱਕ ਕਿਸਾਨ ਅੰਦੋਲਨ ਲੈ, ਐਗਰੀਕਲਚਰ ਪਾਲਿਸੀ ਤਾਂ 2.5 ਸਾਲ ਦੀ ਬਣੀ ਪਈ ਹੈ, ਰੋਲ ਰਹੀ ਹੈ, ਬਣੀ ਪਈ ਹੈ ਔਰ 3 ਵਾਰ ਸਰਕਾਰ ਖੁਦ ਕਹਿ ਚੁੱਕੀ ਹੈ ਕਿ ਅਸੀਂ ਇਹਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਾਂਗੇ ਔਰ 2 ਦਿਨ ਉਸ ਤੇ ਪੂਰੀ ਬਹਿਸ ਕਰਾਵਾਂਗੇ, ਬਹਿਸ ਕਰਾਉਣ ਤੋਂ ਬਾਅਦ ਇਹਨੂੰ ਲਾਗੂ ਕਰਾਂਗੇ। ਇਹ ਤਾਂ ਹੁਣ ਮੁੱਦੇ ਨੂੰ ਬਣਾਉਣ ਦੀ ਲੋੜ ਹੈ। ਲੋਕਾਂ ਦੀਆਂ ਲਾਸ਼ਾਂ ਨਹੀਂ ਰਿਲੀਜ਼ ਹੋ ਰਹੀਆਂ ਹਸਪਤਾਲਾਂ ਤੋਂ, ਹਸਪਤਾਲਾਂ ਦੇ ਅੰਦਰ ਇਲਾਜ ਪਿਆ ਹੈ ਤੇ ਲੋਕ ਅੰਦਰ ਨਹੀਂ ਵੜ ਸਕਦੇ ਕਿਉਂਕਿ ਉਹ ਮਹਿੰਗੇ ਬੜੇ ਨੇ। ਹੁਣ ਮੁੱਦਾ ਕਿੰਨੀ ਕੁ ਨੇੜੇ ਆ ਜਾਵੇ, ਤੁਹਾਡੀ ਜਾਨ ਤੇ ਤਾਂ ਬਣੀ ਹੈ, ਸਾਹ ਆਉਂਦਾ ਨਹੀਂ, ਮਾਸਕ ਗਲਿਆਂ 'ਚ ਲਟਕੇ ਨੇ। ਸਵਾਲ ਜਦੋਂ ਹੁਣੀ ਥੋੜੀ ਦੇਰ ਪਹਿਲਾਂ ਸਾਹਮਣੇ ਕਿਹਾ, ਮੈਨੇ ਐਡ ਕਰਦਾ ਥੋੜਾ ਜਿਹਾ ਜੀ, ਔਨ ਜਿਸ ਤਰ੍ਹਾਂ ਦੀ ਹੁਣ ਕੇਂਦਰ ਸਰਕਾਰ ਦਾ ਐਟੀਟਿਊਡ ਹੈ, ਪਿਛਲੇ ਕੱਲ ਰਿਹਾ ਜਿਹੜਾ ਤੁਸੀਂ ਗੱਲ ਕੀਤੀ ਹੈ ਜੀ, ਜਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਅਗਲੀ ਜਿਹੜੀ ਪੈਡੀ ਦੀ ਖਰੀਦ ਹੋਣੀ, ਉਹ ਤੋਂ ਪਹਿਲਾਂ ਫਰਦਾ ਦੇਣੀਆਂ ਪੈਣੀਆਂ ਨੇ, ਅਗਲੀ ਖਰੀਦ ਨਹੀਂ ਹੋਏਗੀ। ਬਿਲਕੁਲ ਆਉਣ ਵਾਲੇ ਸਮੇਂ 'ਚ 22 ਦੀ ਇਲੈਕਸ਼ਨ ਵਿੱਚ ਐਗਰੀਕਲਚਰ ਇੱਕ ਬੜਾ ਡੋਮੀਨੇਟਿੰਗ ਮੁੱਦਾ ਅਮਰਜ ਕਰ ਸਕਦਾ ਹੈ, ਖਾਸ ਕਰਕੇ ਰੂਰਲ ਏਰੀਆ ਨੂੰ ਬਹੁਤ ਇਫੈਕਟ ਕਰਦਾ, ਕਿਉਂਕਿ ਸਿੱਧੀ ਪੇਮੈਂਟ ਦੀ ਗੱਲ ਹੋਗੀ, ਫਰਦਾਂ ਦੀ ਗੱਲ ਹੋਗੀ, ਫਿਰ ਫਰਦਾਂ 'ਚ ਹੋਏਗਾ ਵੀ ਕਿੰਨੀ ਤੁਸੀਂ, ਜਿਵੇਂ ਹਰਿਆਣਾ ਹੈਗਾ ਉੱਥੇ ਕਈ ਵਾਰੀ ਇਸ ਤਰ੍ਹਾਂ ਦੀ ਕੰਡੀਸ਼ਨ ਲਾਉਂਦੇ ਨੇ ਕਿ ਜੇ ਤੁਸੀਂ 1 ਏਕੜ ਬੀਜੇ ਤਾਂ ਅਸੀਂ 15 ਕੁਇੰਟਲ ਤੁਹਾਡੀ ਕਣਕ ਲਵਾਂਗੇ, ਇਸ ਤੋਂ ਬਾਅਦ ਜਿਹੜੀ ਸਰਪਲਸ ਹੋਏਗੀ ਉਹ ਨਹੀਂ ਲਵਾਂਗੇ। ਬਟ ਦੇयर ਇਜ਼ ਅਨਦਰ ਐਲੀਮੈਂਟ ਟੂ ਇਟ ਜੀ, ਜੇ ਐਸਾ ਹੋ ਜਾਏ ਬੱਲੀ ਸਾਹਿਬ, ਜੇ ਇਦਾਂ ਹੋ ਗਿਆ ਤਾਂ ਫਿਰ ਜਿਸ ਵੇਲੇ ਕਿਸਾਨ ਮੁੱਦਾ ਜਾਂ ਐਗਰੀਕਲਚਰ ਦਾ ਮੁੱਦਾ ਮੇਨ ਬਣਦਾ ਤਾਂ ਫਿਰ ਜਿਹੜਾ ਅਦਰ ਦੈਨ ਐਗਰੀਕਲਚਰ ਹੈ ਉਹ ਵੀ ਇਕੱਠਾ ਹੋ ਜਾਂਦਾ, ਫਿਰ ਉਹ BJP ਉਹਨੂੰ ਹੋਰ ਤਰੀਕੇ ਨਾਲ ਯੂਜ਼ ਕਰ ਸਕਦੀ ਹੈ, ਸ਼ਹਿਰੀ ਵੋਟ ਨੂੰ ਉਹ ਡਿਫਰੈਂਟਲੀ ਅਟਰੈਕਟ ਕਰ ਸਕਦੀ ਹੈ, ਵਿਦਿਨ ਸਾਡਾ ਪੋਲਰਾਈਜੇਸ਼ਨ ਹੋ ਸਕਦੀ ਹੈ ਐਗਰੀਕਲਚਰ ਬੇਸ। ਇੱਕ ਸੈਕਿੰਡ ਬਸ, ਸ਼ੋਰ ਹਰਿਆਣੇ ਵਿੱਚ ਕੀ ਕੀਤਾ ਪਿਛਲੀ ਵਾਰੀ, ਉਹਨੇ ਕਿਹਾ ਵੀ ਜੀਰੀ ਨਹੀਂ ਬੀਜਣੀ, ਤੁਸੀਂ ਜੇ 10 ਕਿੱਲੇ ਲਾਏ ਸੀ, ਕਹਿੰਦਾ 5 ਅਸੀਂ ਤੁਹਾਡੀ 5 ਦੀ ਲਵਾਂਗੇ, 5 ਦੀ ਤੁਸੀਂ ਜਿੱਥੇ ਮਰਜ਼ੀ ਵੇਚੋ ਆਪਦੀ, ਅਸੀਂ ਥੋੜੀ 10 ਨਹੀਂ ਇਹੋ ਜਿਹੇ ਕੌਂਸਲ FCI ਨੇ ਬੜੇ ਲਿਆਣੇ ਨੇ। ਇਸ ਤੋਂ ਬਾਅਦ ਫਿਰ ਉਹਨਾਂ ਨੇ JJP ਨੇ ਹੜਤਾਲ ਕੀਤੀ, ਉੱਥੇ ਟਰੈਕਟਰ ਮਾਰਚ ਹੋਇਆ ਫਤਿਆਬਾਦ ਵਿੱਚ ਬਹੁਤ ਵੱਡਾ, ਉਸ ਤੋਂ ਬਾਅਦ ਇਹ ਖੱਟਰ ਨੂੰ ਇਹ ਆਪਸ਼ਨਲ ਕਰਤਾ। ਸਰਬਜੀਤ ਜੀ ਤੁਸੀਂ ਇਹ ਰੰਗ ਪਹਿਲਾਂ ਦੇਖ ਚੁੱਕੇ ਹੋ, ਯਾਦ ਆ ਭੂਰੇ ਲਾਲ ਜਦੋਂ ਆਇਆ ਸੀਗਾ ਤੇ ACFCI ਨਾਲ ਕਿਹੜਾ ਡਰ ਪੈ ਗਿਆ ਸੀਗਾ, ਕਾਂਗਰਸ ਗਵਰਨਮੈਂਟ ਸੀ ਉਦੋਂ ਵੀ ਕਾਂਗਰਸ ਸਰਕਾਰ ਸੀ। ਕਹਿੰਦਾ ਜਿਹੜੀ ਸਿੱਧੀ ਪੇਮੈਂਟ ਹੈ ਜਾਂ ਜਿਹੜਾ ਦੂਸਰਾ ਫਰਦ ਵਾਲਾ ਇਸ਼ੂ ਹੈ ਨਾ, ਉਹਦੇ ਨਾਲ ਹੋਰ ਚੀਜ਼ਾਂ ਵੀ ਬਹੁਤ ਸਾਰੀਆਂ ਜੁੜੀਆਂ ਹੋਈਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਵਾਸਤੇ ਬਹੁਤ ਵੱਡੀ ਸਮੱਸਿਆ ਬਣ ਸਕਦੀਆਂ ਨੇ। ਸੋ ਬੱਲੀ ਸਾਹਿਬ ਰਿਜ਼ਲਟ ਦੱਸੋ ਜੀ ਹੁਣ ਫਰਵਰੀ 22 ਦਾ। ਰਿਜ਼ਲਟ ਤਾਂ ਕਾਲਾ ਵਾਲਾ ਮਤਲਬ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਮਤਲਬ ਕੋਈ ਹੰਗ ਅਸੈਂਬਲੀ ਵੀ ਹੋ ਸਕਦੀ ਹੈ, ਠੀਕ ਹੈ ਨਾ, ਕੁਝ ਨਹੀਂ ਉਹਦੇ ਜਿਹੜੀ ਇਹ ਗੱਲ ਹੈ ਨਾ ਵੀ ਜਦੋਂ ਕਿਸਾਨੀ ਅਸੈਂਬਲੀ ਦੀ ਗੱਲ ਤੁਸੀਂ ਕੀਤੀ ਹੈ ਕਿ ਢੀਂਡਸਾ ਸਾਹਿਬ ਨੇ ਕੀਤੀ ਹੈ, ਉਹ ਕਹਿੰਦੇ ਵੀ ਕਿਸੇ ਪਾਰਟੀ ਦਾ ਬਹੁਮਤ ਨਹੀਂ ਆਣਾ, ਜਿਹਦਾ ਮਤਲਬ ਹੁੰਦਾ ਵੀ ਸਾਡਾ ਤੇ ਆਮ ਆਦਮੀ ਪਾਰਟੀ ਦਾ ਹੋ ਰਹੀ ਗੱਲਬਾਤ। ਆਮ ਤੌਰ ਤੇ ਅੱਜਕੱਲ ਹੁੰਦੀਆਂ ਨਹੀਂ ਹੰਗ ਅਸੈਂਬਲੀਆਂ, ਅੱਜਕੱਲ ਲੋਕ ਇੱਕ ਪਾਸੇ ਫਤਵਾ ਦਿੰਦੇ ਮਤਲਬ ਦੇਖੋ ਜੀ ਫਿਲਹਾਲ ਤਾਂ ਲੋਕਾਂ ਨੇ ਹੰਗ ਕੀਤਾ ਹੋਇਆ ਸਿਆਸਤ ਨੂੰ, ਲੜਾਈ ਹੋਈ ਆ। ਜਿਹੜੀ ਇੱਕ ਵਿੱਚੋਂ ਗੱਲ ਚੱਲੀ ਸੀ ਨਾ, ਇਹਨਾਂ ਨੇ ਕੀਤਾ ਸੀ ਵੀ ਜਿਹੜੀ ਬਰਗਾੜੀ ਜਿਹੜਾ ਕਾਲੀਆਂ ਵਾਸਤੇ ਉਹੀ ਹੈ ਜੋ ਕਾਂਗਰਸ ਵਾਸਤੇ 84 ਜੀ, ਤੇ 84 ਤੋਂ ਬਾਅਦ ਕਾਂਗਰਸ ਨੂੰ ਕਿੰਨੇ ਵਾਰੀ ਜਿਤਾਤਾ ਸਿੱਖਾਂ ਨੇ, ਦੇਖ ਲਓ। ਬਿਲਕੁਲ ਮਤਲਬ ਨਹੀਂ ਉਹ ਭਾਜੀ ਉਹਦੇ ਵਿੱਚ ਇਹ ਹੈ ਕਿਉਂਕਿ ਉਹਦੇ ਵਿੱਚ ਇਹ ਐਡ ਵੀ ਇਹੀ ਕੀਤਾ ਸੀ ਕਿ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਨੇ ਟੋਟਲ ਚੇਂਜ ਕਰ ਔਰ ਜੇ ਅਕਾਲੀ ਦਲ ਜਿਹੜਾ ਹੈਗਾ, ਜਿਹੜੀ ਅਕਾਲੀ ਦਲ ਆਪਣਾ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨੀ ਦਾ ਮੁੱਦਾ, ਸਰਬਜੀਤ ਜੇ ਪੰਜਾਬ ਦੇ ਲੋਕਾਂ ਨੂੰ ਬਹੁਤਾ ਇਹਦੇ ਨਾਲ ਲੈਣਾ ਦੇਣਾ ਨਹੀਂ, ਪਰ ਜਿਹੜਾ ਪਹਿਲਾ ਬਲੈਕ ਜੱਜ ਸੀ ਅਮਰੀਕਾ ਦਾ
ਐਲਸੀ ਹੇਸਟਿੰਗਸ, ਉਹ ਇੰਪੀਚ ਹੋਇਆ। ਇੰਪੀਚ ਹੋਣ ਵਾਲਾ ਪਹਿਲਾ ਜੱਜ ਨਿਕਲਿਆ, ਉਹ ਕਰਪਸ਼ਨ ਦੇ ਮੁੱਦੇ ਤੇ ਇੰਪੀਚ ਹੋਇਆ, ਸੈਕਸ਼ੂਅਲ ਹਰਾਸਮੈਂਟ ਦੇ ਮੁੱਦੇ ਦੇ ਉੱਤੇ ਕਨਵਿਕਟ ਹੋ ਗਿਆ, ਤੇ ਉਸ ਤੋਂ ਬਾਅਦ 15 ਵਾਰੀ ਉਹ ਕਾਂਗਰਸ ਵਿੱਚ ਗਿਆ, ਹਾਊਸ ਵਿੱਚ ਗਿਆ, ਤੇ ਫਿਰ ਸੈਨੇਟਰ ਵੀ ਬਣਿਆ, ਤੇ ਹੁਣ ਮਰਿਆ। ਤੇ ਜੋ ਬਾਈਡਨ ਤੋਂ ਲੈ ਕੇ ਕਮਲਾ ਹੈਰਿਸ ਤੋਂ ਲੈ ਕੇ ਸਾਰੇ ਸ਼ਰਧਾਂਜਲੀਆਂ ਭੇਂਟ ਕਰ ਰਹੇ ਸੀਗੇ। ਅਸੀਂ ਜੈਲਲਿਤਾ ਦੇ ਨਾਮ ਤੇ ਵੋਟਾਂ ਮੰਗਦੇ ਹਾਂ, ਹੁਣ ਉਹਨਾਂ ਨੂੰ ਤਾਂ ਕਰਪਟ ਕਿਹਾ ਹੀ ਜਾ ਸਕਦਾ। ਉਹ ਤੇ ਸੁਪਰੀਮ ਕੋਰਟ ਵੱਲੋਂ ਐਨ ਸਥਾਪਿਤ ਕੀਤੇ ਕਰਪਟ ਨੇ ਨਾ, ਤੇ ਉਹਨਾਂ ਦੇ ਨਾਮ ਤੇ ਵੋਟਾਂ ਮਿਲਦੀਆਂ। ਪਾਰਟੀ ਕਹਿੰਦੀ ਸਾਡੀ ਲੀਡਰਸ਼ਿਪ, ਇਹਨਾਂ ਨੇ ਕਹਿੰਦੇ ਕਿਸਾਨੀ ਮੁੱਦਾ ਹੋਏਗਾ ਜੀ, ਦੈਟ ਇਜ਼ ਇੰਪੋਰਟੈਂਟ। ਉਹਦੇ ਚ ਫਿਰ ਇਹ ਹੋਏਗਾ ਵੀ ਉਹਦੇ ਚ ਰੋਲ ਪਾਰਟੀਆਂ ਨੇ ਕਿਹੜੀ ਨੇ ਕਿਹੜਾ ਰੋਲ ਪਲੇ ਕੀਤਾ। ਜਿਹੜੀ ਰੂਲਿੰਗ ਪਾਰਟੀ ਹੈ, ਆ ਜਿਹੜਾ ਹੁਣ ਆ ਆਇਆ ਇਸ਼ੂ ਤੁਸੀਂ ਕਹਿੰਦੇ ਵੀ ਉਹ ਕਰ ਨਹੀਂ ਸਕੇ, ਮੁੜੇ ਜੋ ਕੋਈ ਸਟੈਂਡ ਨਹੀਂ ਲਿਆ, ਇਹ ਫਿਰ ਉਦੋਂ ਹਿਸਾਬ ਕਿਤਾਬ ਹੋਏਗਾ ਇਲੈਕਸ਼ਨ ਵੇਲੇ ਵੀ ਇਹਨਾਂ ਚੋਂ ਕਿਹੜੀ ਪਾਰਟੀ ਜਿਹੜੀ ਹੈ ਉਹ ਐਂਟੀ ਸੈਂਟਰ ਰਹੀ, ਐਂਟੀ ਜਿਹੜੀ ਇਨਕੰਬੈਂਸੀ ਸੈਂਟਰ ਦੇ ਖਿਲਾਫ, ਉਹ ਫਿਰ ਕੰਪੈਰੀਜ਼ਨ ਹੋਏਗਾ ਪਰਫਾਰਮੈਂਸ ਦਾ। ਕਾਲੀਆਂ ਨੇ ਕੀ ਰੋਲ ਪਲੇ ਕੀਤਾ, ਆਪਨੇ ਕੀ ਕੀਤਾ, ਤੇ ਉਹਦੇ ਚ ਫਿਲਹਾਲ ਦੇਖੋ ਇਹ ਨਹੀਂ ਕਿ ਸਾਰਾ ਮਹਿਲ ਆਮ ਆਦਮੀ ਪਾਰਟੀ ਜੋ ਹਾਲਤ ਆਪਾਂ ਨੂੰ ਪਤਾ ਹੈ, ਪਰ ਫਿਲਹਾਲ ਕਿਸਾਨੀ ਦੇ ਵਿੱਚ ਕਾਫੀ ਸੈਕਸ਼ਨ ਦੇ ਵਿੱਚ ਈਵਨ ਲੀਡਰਸ਼ਿਪ ਜਿਹੜੀ ਉਹਨਾਂ ਦੀ ਸੌਫਟ ਕਾਰਨਰ ਆਮ ਆਦਮੀ ਪਾਰਟੀ ਵਾਲਾ ਹੈ ਉਹਨਾਂ ਦਾ। ਉਹਨਾਂ ਦੇ ਇੱਕ ਸੈਕਸ਼ਨ ਚ ਲੀਡਰਸ਼ਿਪ ਦੇ ਵੀ, ਤੇ ਵੈਸੇ ਅਜੇ ਇਸ ਵੇਲੇ ਸੋ ਆਮ ਆਦਮੀ ਪਾਰਟੀ ਦਾ ਪੈਂਤੜਾ ਇਹੀ ਹੈ ਵੀ ਉਧਰੋਂ ਵੀ ਨਾਰਾਜ਼ ਹੋ ਭਰਾਵੋ, ਇਧਰੋਂ ਵੀ ਨਾਰਾਜ਼ ਹੋ ਜਾਓਗੇ ਕਿਤੇ ਤੇ ਫਿਰ ਸਾਡੇ ਕੋਲ ਹੀ ਆਓਗੇ। ਪਰ ਇਹ ਜੇ ਤੁਹਾਡੀ ਡਿਫਾਲਟ ਪੋਜੀਸ਼ਨ ਹੈ ਤੇ ਦਿਸ ਇਜ਼ ਨਾਟ ਅ ਵੈਰੀ ਪੋਜ਼ਿਟਿਵ ਪੋਜੀਸ਼ਨ ਕਿ ਸਾਰੇ ਪਾਸੇ ਦੁਖੀ ਹੋ ਕੇ ਸਾਡੇ ਕੋਲ ਆਓਗੇ। ਔਰ ਵਿਲ ਆਮ ਆਦਮੀ ਪਾਰਟੀ ਸੇ ਸਮਥਿੰਗ ਡਿਫਰੈਂਟ? ਪਰ ਉਹਨਾਂ ਦੇ ਤੇਰਾ ਮੋਰਾ ਕੋਈ ਨਹੀਂ। ਯੂ ਹੈਵ ਦ ਲਾਸਟ ਵਰਡ। ਜਿਹੜਾ ਪੀਟੀਸੀ ਦਾ ਹੀ ਤੁਹਾਡੇ ਪ੍ਰੋਗਰਾਮ ਸੀ ਡਾਕਟਰ ਪ੍ਰਮੋਦ ਕੁਮਾਰ ਦੇ ਨਾਲ, ਉਹਨਾਂ ਨੇ ਇੱਕ ਪਿਛਲੀਆਂ ਜਿਹੜੀਆਂ ਇਲੈਕਸ਼ਨ ਸੀ ਉਹਨਾਂ ਦਾ ਐਨਾਲਿਸਿਸ ਕਰਦੇ ਹੋਏ ਕਿਹਾ ਕਿ ਜਿਹੜਾ ਪੰਜਾਬ ਦਾ ਹਿੰਦੂ ਔਰ ਦਲਿਤ ਇਕੱਠੇ ਹੋ ਕੇ ਇਹ ਫੈਸਲਾ ਕਰਦੇ ਕਿ ਅਗਲਾ ਜੱਟ ਜਿਹੜਾ ਜੱਟ ਸੀਐਮ ਕਿਹੜਾ ਬਣਾਉਣਾ, ਸੀਐਮ ਕਿਹੜਾ ਹੋਏਗਾ। ਤੇ ਔਰ ਜਿਹੜੇ ਜੱਟ ਹੁੰਦੇ, ਇੱਕ ਸਦੀ ਦਾ ਤਜਰਬਾ ਜਦੋਂ ਟੇਬਲ ਤੇ ਹੋਏ, ਤੇ ਜਿਹੜਾ ਜੱਟ ਹੁੰਦੇ ਆ ਜੀ, ਜੱਟ ਸਾਰੇ ਸੀਗੇ ਜੀ, ਕੋਈ ਕਾਂਗਰਸ ਚ ਵੰਡਿਆ, ਕੋਈ ਅਕਾਲੀ ਦਲ, ਕੋਈ ਬੀਜੇਪੀ, ਬੀਐਸਪੀ ਵੱਲ ਤਾਂ ਘੱਟ, ਜਾਂ ਹੁਣ ਆਮ ਆਦਮੀ ਪਾਰਟੀ ਵਾਸਤੇ ਵੰਡੇ। ਪਰ ਜਿਹੜਾ ਕਿਸਾਨ ਜਾਂ ਫਿਰ ਪਿੰਡ ਦੀਆਂ ਧੜੇਬੰਦੀਆਂ, ਪੰਚਾਇਤ ਦੀਆਂ ਇਲੈਕਸ਼ਨਾਂ, ਉਂਝ ਵੱਟ ਦੀ ਲੜਾਈ, ਉਹਦੇ ਚ ਕਈ ਪਾਸੇ ਜੱਟ ਜਿਹੜਾ 22% ਆ ਉਹਦੀ ਖੇਰੂ ਹੈ। ਪਰ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਗੱਲ ਕਰ ਰਹੇ ਆ ਕਿ ਪਹਿਲੀ ਵਾਰੀ ਆਈ ਥਿੰਕ ਜਿਹੜਾ ਹੈਗਾ ਬਈ ਇਕੱਠੇ ਹੋ ਕੇ ਸ਼ਾਇਦ ਇੱਕ ਲੈਵਲ ਦੇ ਉੱਤੇ ਵੋਟ ਬੈਂਕ, ਔਰ ਉਹ ਵੋਟ ਬੈਂਕ ਜਿਹੜੀ ਹੈਗੀ ਹੈ, ਜਿਹੜੀ ਹੁਣ 32 ਜਥੇਬੰਦੀਆਂ ਨੇ, ਜੇ ਉਹ ਇਕੱਠੀਆਂ ਰਹਿੰਦੀਆਂ ਨੇ, ਉਹ ਇਕੱਠੀਆਂ ਹੋ ਕੇ ਕਿਸੇ ਲੈਵਲ ਦੇ ਉੱਤੇ ਗੱਲ ਕਰ ਲਈਏ, ਜਾਂ ਜੇ ਉਹ ਖਿਲਰ ਕੇ ਕਹਿੰਦੀਆਂ ਜੀ ਹਰ ਇੱਕ ਜੋ ਬੱਤੀਆਂ ਉਹਨਾਂ ਚ ਵੀ ਵੱਖਰੇ ਹੋ ਜੇ ਬੱਤੀ ਕਿਸਾਨ ਅੰਦੋਲਨ ਪਾਰਟੀ ਬਣਾਉਣ ਲੱਗਿਓ, ਨਹੀਂ ਜੇ ਬੱਤੀਆਂ ਦੇ ਵਿੱਚੋਂ ਉਹਨਾਂ ਚੋਂ 15-16 ਚੀਫ ਮਿਨਿਸਟਰ ਐਸਪੀਰੈਂਟ ਹੋਏ ਤਾਂ ਫੇਰ ਤਾਂ ਗੱਲ ਹੋਰ ਹੋ ਜਾਣੀ ਹੈ। ਇੱਕ ਦਾ ਨਾਮ ਵੀ ਚੱਲਣ ਲੱਗ ਗਿਆ, ਇਹ ਤਾਂ ਕੋਈ ਲੀਡਰ ਸਾਡੇ ਕੋਲ ਹੁਣ ਬੜੇ ਨੇ, 15 ਦਾ ਨਾਮ ਵੀ ਚੱਲਦਾ, 15-16 ਚੀਫ ਮਿਨਿਸਟਰ ਤੇ ਸਿੰਘੂ ਬਾਰਡਰ ਤੇ ਹੀ ਹੈਗੇ ਨੇ। ਇਹਦਾ ਮਤਲਬ ਚਲੋ ਠੀਕ ਹੈ, ਮੈਂ ਹੁਣ ਕਿਸੇ ਹੋਰ ਦਾ ਨਾਂ ਨਹੀਂ ਲੈਣਾ, ਸਮਾਂ ਬਿਲਕੁਲ ਖਤਮ ਹੈ। ਤੇ 125 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਨਾ ਇਹ ਗੱਲਬਾਤ ਨੂੰ ਸਮੇਟ ਕੇ ਇਹਦਾ ਕੋਈ ਨਤੀਜਾ ਕੱਢਣ ਦਾ ਇਹ ਗੁਸਤਾਖੀ ਮੈਂ ਕਰਨੀ ਨਹੀਂ ਹੈ। ਇਹਨਾਂ ਕੋ ਮੈਨੂੰ ਪਤਾ ਹੈ ਵੀ ਸਾਰਾ ਪਰਚਾ ਆਊਟ ਆਫ ਸਿਲੇਬਸ ਮੇਰਾ ਨਿਕਲ ਆਏਗਾ ਤੇ ਝੂਠ ਨਹੀਂ, ਹਾਲੇ ਨਹੀਂ, ਹਾਲੇ ਆਪਣੇ ਕੋਲ ਸਾਲ ਹੈਗਾ, ਹੌਲੀ ਇਹਨੂੰ ਰਿੜਕਾਂਗੇ ਆਪਾਂ ਵੀ। ਇਲੈਕਸ਼ਨਾਂ ਹੋ ਜਾਣ ਫਿਰ ਅਸੀਂ ਲੋਕਾਂ ਨੂੰ ਸਮਝਾਵਾਂਗੇ ਵੀ ਅਸੀਂ ਸਾਰਾ ਕੁਝ ਗਲਤੀ ਸਾਰੇ ਅੰਦਾਜ਼ੇ ਕਿਉਂ ਲਾਈ ਬੈਠੇ ਸੀਗੇ, ਇਹ ਖੋਲ ਕੇ ਸਮਝਾ ਲਾਂਗੇ। ਅੱਜ ਲਈ ਨਹੀਂ, ਧੰਨਵਾਦ ਤੇ ਰੱਬ ਰਾਖਾ।